श्री हरि हरि नमो हर जोरी नमो हर जोरी गुर हर कृष्ण नारे गोरी तेग बहादुर परम परम कृपाला श्री गुरु गोबिंद सिंह विशाला धर्मो धरा पर पुन पुन सीसा जी पुन पुन सीसा बंदा जिसमें अमृत ज्ञान है नानक भगत विराग गुरु ग्रंथ साहिब बंदा कायन राग श्री गुर शब्द कुमाए जिन जीते पंच विकार इन संतन को वंदना सिर चरणन परतार एक ओंकार सतगुरु ते प्रसाद सच होए वाहिगुरु जी की फतेह विघ्न विनाशन सोए वाहिगुरु जी की फतेह विघ्न विनाशन सोए सतनाम श्री वाहिगुरु साहिब जी पहुँचे लखो अपने तीर गहे तुबक तोमर धन तीर सोन सतगुर त्यारी करवाई गुलका अर बारूद समुदाई पहुँचे लखो अपने तीर वाहिगुरु जी का खालसा वाहिगुरु जी की फतेह परम सत्कारयोग सतगुਰਾਂ ਦੀ ਸਾਂਝੀ ਵਾਜੀ ਖਾਲਸਾ ਸਾਧ ਸੰਗਤ ਜੀਓ ਵਡਭਾਗੇ ਹਾਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਪਾਵਨ ਪੁੱਤਰ ਦਰਬਾਰ ਸਥਾਨ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪੁੱਤਰ ਹਜ਼ੂਰੀ ਦੇ ਸੱਜ ਕਰਕੇ ਸ਼ਾਮ ਦੇ ਸਜੇ ਹੋਏ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਜਿੱਥੇ ਆਪ ਜੀ ਰੋਜ਼ਾਨਾ ਹੀ ਗੁਰ ਕਥਾ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਸਰਵਣ ਕਰਕੇ ਆਪਣਾ ਜਨਮ ਸਫਲਾ ਬਣਾਉਂਦੇ ਹੋ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਦਸ਼ਮੇਸ਼ ਪਿਤਾ ਜੀ ਦੇ ਪਾਵਨ ਪਵਿੱਤਰ ਜੀਵਨ ਦੀ ਕਥਾ ਲੜੀਵਾਰ ਰੂਪ ਦੇ ਵਿੱਚ ਆਪ ਜੀ ਸਰਵਣ ਕਰ ਰਹੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਅੰਦਰ ਕੋਸ਼ਿਸ਼ ਕਰਦੇ ਨੇ ਕਿ ਇਸ ਮਾਨਸ ਜਨਮ ਦਾ ਇਹ ਦਾਵਾ ਹੈ ਕਿ ਜਿੰਨੇ ਵੀ ਸਵਾਸ ਜਿੰਨਾ ਵੀ ਸਮਾਂ ਸਤਸੰਗਤ ਦੀਆਂ ਘੜੀਆਂ ਬਤੀਤ ਹੋ ਜਾਵੇ ਉਹ ਸਾਡਾ ਸੁਹੇਲਾ ਹੁੰਦਾ ਹੈ ਸਫਲਾ ਹੋ ਜਾਂਦਾ ਹੈ ਕਹਿ ਲਈਏ ਕਿ ਸਾਡੇ ਖਜ਼ਾਨੇ ਦੇ ਵਿੱਚ ਉਹੀ ਸਵਾਸ ਜਮ੍ਹਾਂ ਹੁੰਦੇ ਨੇ ਉਹ ਸਾਡੀ ਜਮ੍ਹਾਂ ਪੂੰਜੀ ਹੋ ਜਾਂਦੀ ਸਾਡਾ ਤੋਸਾ ਬਣ ਜਾਂਦਾ ਹੈ ਜਿਵੇਂ ਕਿਤੇ ਅਸੀਂ ਜਾਣਾ ਹੁੰਦਾ ਹੈ ਯਾਤਰਾ ਵਾਸਤੇ ਜਾਂ ਕਿਤੇ ਹੋਰ ਘੁੰਮਣ ਫਿਰਨ ਵਾਸਤੇ ਸਾਡੇ ਕੋਲ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਹੈ ਉਹ ਸਾਡਾ ਖਜ਼ਾਨਾ ਕਹਿਣ ਤੋਂ ਭਾਵ ਸਾਡੀ ਪੌਕਟ ਹੈ ਮਣੀ ਹੈ ਪੈਸਾ ਹੈ ਜਿੰਨੇ ਖੁੱਲ੍ਹੇ ਪੈਸੇ ਸਾਡੇ ਕੋਲ ਹੋਣਗੇ ਅਸੀਂ ਖੁੱਲ੍ਹੇ ਹੋ ਦਰਸ਼ਨ ਦਿਦਾਰੇ ਕਰ ਸਕਦੇ ਇਸੇ ਤਰ੍ਹਾਂ ਜਿਹੜਾ ਨਾਮ ਹੈ ਇਹ ਜੀਵ ਦਾ ਤੋਸਾ ਹੈ ਇਹ ਸਾਡੇ ਜੀਵਨ ਦਾ ਖਜ਼ਾਨਾ ਹੈ ਜਿੰਨਾ ਵੀ ਅਸੀਂ ਇਕੱਠਾ ਕਰ ਲਵਾਂਗੇ ਸਤਸੰਗਤ ਦੇ ਵਿੱਚ ਜੁੜ ਕਰਕੇ ਉਹਨਾਂ ਹੀ ਸਾਡਾ ਇਹ ਜਿਹੜਾ ਖਜ਼ਾਨਾ ਵੱਧਦਾ ਜਾਏਗਾ ਜਿਵੇਂ ਜਿਵੇਂ ਖਜ਼ਾਨਾ ਵੱਧਦਾ ਜਾਏਗਾ ਉਵੇਂ ਉਵੇਂ
ਸਾਡੀ ਜਿਹੜੀ ਆਤਮਾ ਤੇ ਮਨ ਜਿਹੜਾ ਹੈ ਨਿਰਮਲ ਹੋਵੇਗਾ। ਸੋ ਗੁਰਮੁਖ ਪਿਆਰਿਓ, ਇਹ ਸੰਸਾਰ ਸਤਿਗੁਰੂ ਜੀ ਕਹਿੰਦੇ ਅਸੱਚ ਹੈ, ਇਹ ਸਾਨੂੰ ਸੱਚਾ ਪਾਤਸ਼ਾਹ ਹੈ, ਸੁਪਨੇ ਦੇ ਨਿਆਈ ਹੈ। ਕਹਿੰਦੇ ਕਿ ਇੱਕ ਰਾਜਾ ਜਿਹੜਾ ਸੀ, ਉਹਦਾ ਪੁੱਤਰ ਸੀ ਇੱਕੋ ਇੱਕ, ਰਾਜਕੁਮਾਰ ਜਿਹੜੇ ਉਹਦੀ ਗੱਦੀ ਸਾਹਮਣੀ ਸੀ, ਸਿੰਘਾਸਨ ਸਾਹਮਣਾ ਸੀ, ਕਾਰਨ ਵਸ ਉਹ ਬਿਮਾਰ ਪੈ ਗਿਆ। ਜਦੋਂ ਬਿਮਾਰ ਪਿਆ ਤੇ ਰਾਜੇ ਦੇ ਮਨ ਦੇ ਵਿੱਚ ਬੜੀ ਚਿੰਤਾ। ਛੋਟੇ ਜਿਹੇ ਰਾਜ ਦਾ ਰਾਜਾ ਸੀ, ਬਹੁਤਾ ਵੱਡਾ ਨਹੀਂ ਸੀ। ਉਹਦੇ ਸਿਰਹਾਣੇ ਬੈਠਾ ਹੋਇਆ, ਰਾਤ ਦਾ ਸਮਾਂ ਹੈ, ਇਹ ਸੋਚ ਰਿਹਾ ਕਿ ਮਣਾ ਜੇ ਪੁੱਤਰ ਚੜ੍ਹਾਈ ਕਰ ਗਿਆ ਤੇ ਰਾਜ ਭਾਗ ਕੌਣ ਸਾਂਭੇਗਾ। ਮੇਰਾ ਕੁਲ ਦਾ ਦੇਖ ਬੁੱਝ ਗਿਆ, ਫਿਰ ਮੈਂ ਕਿਹਦੇ ਵੱਲ ਵੇਖਾਂਗਾ, ਕਿਹਦੇ ਵੱਲ ਤੱਕਾਂਗਾ। ਰਾਣੀ ਵੀ ਕੋਲ ਬੈਠੇ ਹੋਏ, ਦੋਨੇ ਮੀਆਂ ਬੀਬੀ ਦੇਖ ਰਹੇ, ਵੈਦ ਉਪਚਾਰ ਕਰਦੇ ਪਏ ਨੇ, ਪਰ ਪ੍ਰਤੀਤ ਇਉਂ ਹੁੰਦਾ ਹੈ ਕਿ ਹੁਣ ਕੋਈ ਦਵਾਈ, ਕੋਈ ਦਵਾ ਤੇ ਦਵਾ ਦੋਨੇ ਹੀ ਕੋਈ ਕੰਮ ਨਹੀਂ ਕਰ ਰਹੀਆਂ। ਹੁਣ ਉਹਦਾ ਅੰਤਮ ਸਮਾਂ ਆ ਗਿਆ। ਇਸੇ ਤਰ੍ਹਾਂ ਕਰਦਿਆਂ ਕਰਦਿਆਂ ਅਚਾਨਕ ਹੀ ਰਾਜੇ ਦੀ ਅੱਖ ਲੱਗ ਗਈ। ਜਦੋਂ ਰਾਜੇ ਦੀ ਅੱਖ ਲੱਗ ਗਈ, ਇਹਨੂੰ ਸੁਪਨਾ ਆਇਆ ਕਿ ਬਹੁਤ ਵੱਡੇ ਇਹ ਖਿੱਤੇ ਦਾ ਬਾਦਸ਼ਾਹ ਬਣ ਗਿਆ। ਸੁਪਨੇ ਦੇ ਵਿੱਚ ਪਹਿਲਾਂ ਰਾਜਾ ਸੀ ਛੋਟੇ ਜਿਹੇ ਖਿੱਤੇ ਦਾ, ਕਹਿੰਦੇ ਚੱਕਰਵਰਤੀ ਬਾਦਸ਼ਾਹ ਬਣ ਗਿਆ। ਜਦੋਂ ਬਾਦਸ਼ਾਹ ਬਣਿਆ ਤੇ ਸੁਪਨੇ ਦੇ ਵਿੱਚ ਇਹਦੇ 12 ਪੁੱਤਰ, ਬੜਾ ਵੱਡਾ ਰਾਜ ਭਾਗ, ਬੜਾ ਖੁਸ਼ ਆ ਤੇ ਆਪਣੀਆਂ ਪਟਰਾਣੀਆਂ ਨਾਲ, ਰਾਣੀਆਂ ਨਾਲ, ਸਾਰੇ ਪਰਿਵਾਰ ਦੇ ਨਾਲ ਬੈਠਾ ਹਾਸਾ ਇਕੱਠਾ ਕਰਦਾ ਪਿਆ ਹੈ। ਬਹੁਤ ਸਾਹਿਬ ਆਉਂਦੇ ਨੇ, ਮੰਤਰੀ ਆਉਂਦੇ ਨੇ, ਅੱਗੇ ਪਿੱਛੇ ਤੁਰੇ ਫਿਰਦੇ ਨੇ। ਇਸੇ ਤਰ੍ਹਾਂ ਹੀ ਸੁਪਨਾ ਹੀ ਲੈ ਰਿਹਾ ਸੀ। ਇਹਦੇ ਚਿਰ ਵੇਲੇ ਕੰਨਾਂ ਦੇ ਵਿੱਚ ਇੱਕ ਚੀਕ ਦੀ ਆਵਾਜ਼ ਪਈ। ਉਹ ਚੀਕ ਦੀ ਸੀ, ਜਿਹੜੀ ਇਹਦੀ ਰਾਣੀ ਇਹਦੇ ਪੁੱਤਰ ਦੇ ਪਾਂਦੀ ਭਾਵ ਕੇ ਪੈਰਾਂ ਵਾਲੇ ਪਾਸੇ ਬੈਠੀ ਉਹਦੇ ਲਈ ਅਰਦਾਸਾਂ ਕਰ ਰਹੀ ਸੀ। ਜਦੋਂ ਵੈਦ ਨੇ ਕਿਹਾ ਕਿ ਹੁਣ ਇਹਦੇ ਸਵਾਸ ਖਤਮ ਹੋ ਗਏ ਨੇ, ਮੁੱਕ ਗਏ ਨੇ, ਹੁਣ ਤੁਹਾਡਾ ਪੁੱਤਰ ਜਿਉਂਦਾ ਨਹੀਂ, ਇਹ ਚੜ੍ਹਾਈ ਕਰ ਚੁੱਕਾ ਹੈ, ਰਾਣੀ ਦੀ ਕੇਵਲ ਚੀਕ ਨਿਕਲੀ। ਜਦੋਂ ਇਹਨੇ ਸੁਣੀ, ਇਹਦਾ ਸੁਪਨਾ ਟੁੱਟ ਗਿਆ। ਪਰ ਰਾਣੀ ਕੀ ਦੇਖਦੀ ਹੈ ਕਿ ਰੋਣ ਦੀ ਬਜਾਏ ਰਾਜਾ ਹੱਸਣ ਲੱਗ ਪਿਆ। ਜੋ ਪੁੱਛਦੀ ਵੀ ਪੁੱਤਰ ਤੇਰਾ ਚੜ੍ਹਾਈ ਕਰ ਗਿਆ, ਹੁਣ ਕਿਹੜੀ ਗੱਲ ਤੋਂ ਹੱਸਦਾ ਪਿਆ ਹੈ? ਉਹ ਕਹਿੰਦਾ ਮੈਂ ਹੱਸਦਾ ਤਾਂ ਪਿਆ, ਮੈਂ ਉਹਨੂੰ ਰੋਵਾਂ ਕਿ ਇਹਨੂੰ ਰੋਵਾਂ। ਐਡਾ ਵੱਡਾ ਰਾਜ ਭਾਗ ਤੂੰ ਚੀਕ ਮਾਰ ਕੇ ਮੇਰੇ ਕੋਲੋਂ ਗਵਾ ਦਿੱਤਾ ਹੈ। ਉੱਥੇ ਮੇਰੇ 12 ਪੁੱਤਰ, ਐਡਾ ਵੱਡਾ ਮੇਰੇ ਕੋਲ ਸਾਮਰਾਜ, ਇੱਥੇ ਮੈਂ ਨਿੱਕੇ ਜਿਹੇ ਕਿਤੇ ਦਾ ਰਾਜਾ, ਇੱਕ ਮੇਰਾ ਪੁੱਤਰ ਉਹ ਵੀ ਚੜ੍ਹਾਈ ਕਰ ਗਿਆ। ਹੁਣ ਦੱਸ ਕਿ ਉਹ ਸੱਚਾ ਸੀ ਕਿ ਇਹ ਸੱਚਾ ਸੀ? ਇਹਨੂੰ ਮੈਂ ਸੁਪਨਾ ਸਮਝਾਂ ਕਿ ਉਹਨੂੰ ਸੁਪਨਾ ਸਮਝਾਂ? ਇਸ ਕਰਕੇ ਗੁਰਮੁਖ ਪਿਆਰਿਓ, ਇਹ ਸਾਖੀ ਨੂੰ ਇਹ ਉਪਦੇਸ਼ ਮਿਲਦਾ ਹੈ ਕਿ ਜਿਵੇਂ ਅੱਧੀ ਜ਼ਿੰਦਗੀ ਸਾਡੀ ਸੁਪਨਿਆਂ ਵਾਲੀ, ਰਾਤ ਨੂੰ ਸੌਂ ਗਏ ਸੁਪਨੇ ਦੀ ਦੁਨੀਆ ਵਿੱਚ ਚਲੇ ਗਏ। ਇਹ ਗੱਲ ਹੈ ਕਿ ਸੁਪਨਾ ਸੱਚਾ ਹੈ ਕਿ ਆਹ ਸੰਸਾਰ ਸੱਚਾ। ਇਹ ਬੜੀ ਬੋਝ, ਬੜੀ ਡੂੰਘੀ ਗੱਲ ਹੈ। ਵਾਕਿਆ ਇਹ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ, ਇਹ ਜੱਗ ਸੁਪਨ ਸਮਾਨ ਹੀ ਹੈ, ਸੁਪਨੇ ਦੀ ਨਿਆਈ। ਵਾਕਿਆ ਜਦੋਂ ਦੇਖਦੇ ਆ ਸਾਡੀ ਜ਼ਿੰਦਗੀ ਇਸੇ ਤਰ੍ਹਾਂ ਹੀ ਵਿਹਾਰ ਰਹੀ, ਇਸੇ ਤਰ੍ਹਾਂ ਬਤੀਤ ਹੁੰਦੀ ਜਾ ਰਹੀ। ਅਸਲ ਦੇ ਵਿੱਚ ਤੂੰ ਕੌਣ ਹੈ? ਜਦੋਂ ਉਸ ਵਚਨ ਨੂੰ ਲੱਭਦਾ ਹੈ ਉਸ ਪਾਸੇ, ਫਿਰ ਇਹਨੂੰ ਆਪਣਾ ਜਿਹੜਾ ਅਸਲ ਦੇ ਵੱਲ ਤੁਰਦਾ। ਇਹ ਕਿੱਥੋਂ ਤੁਰਦਾ? ਜਾ ਕੇ ਸਤ ਸੰਗਤ ਦੇ ਵਿੱਚੋਂ ਇਹ ਸਾਰਾ ਉਪਦੇਸ਼ ਨੂੰ ਗ੍ਰਹਿਣ ਹੁੰਦਾ ਹੈ। ਸਤ ਸੰਗਤ ਦੇ ਵਿੱਚੋਂ ਇਹ ਝੋਲੀਆਂ ਪਾਉਂਦਾ ਹੈ। ਜਦੋਂ ਸ਼ਬਦ ਜਿਹੜਾ ਹੈ ਅੱਗੇ ਅੱਗੇ ਚੱਲ ਕੇ ਇਹਨੂੰ ਰਸਤਾ ਦਿਖਾਉਂਦਾ ਹੈ, ਉਹ ਮਾਰਗ ਦੇ ਉੱਤੇ ਜਾਂਦਿਆਂ ਹੋਇਆ ਫਿਰ ਇਹਨੂੰ ਆਪਣੇ ਅਸਲੇ ਦੀ ਪਹਿਚਾਣ ਆ ਜਾਂਦੀ। ਹੋਰ ਕਿਸੇ ਤਰੀਕੇ ਦੇ ਨਾਲ ਇਹਨੂੰ ਆਪਣੀ ਪਛਾਣ ਨਹੀਂ ਆਉਂਦੀ। ਇਸੇ ਤਰ੍ਹਾਂ ਹੀ ਕਹਿੰਦੇ ਫਿਰਤ ਬਹੁਤੇ ਯੁੱਗ ਹਾਰਿਓ। ਇੱਕ ਸਾਲ ਦੀ ਗੱਲ ਨਹੀਂ ਕੀਤੀ, ਇੱਕ ਜਨਮ ਦੀ ਗੱਲ ਨਹੀਂ ਕੀਤੀ। ਸੱਚੇ ਪਾਤਸ਼ਾਹ ਕਹਿੰਦੇ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਪਤਾ ਨਹੀਂ ਕਿੰਨੇ ਯੁੱਗਾਂ ਤੋਂ ਬਾਅਦ ਤੇਰੀ ਵਾਰੀ ਆਈ ਮਾਨਸ ਜਾਮੇ ਦੀ, ਤੇ ਤੂੰ ਕਹਿੰਦੇ ਆਪਣਾ ਇਹ ਸਵਾਸ, ਆਪਣਾ ਸਮਾਂ ਅਜਾਈ ਨਾ ਗਵਾ। ਗੁਰਮੁਖ ਪਿਆਰਿਆ, ਸਤਸੰਗਤ ਕਰਿਆ ਕਰ, ਬਾਣੀ ਪੜਿਆ ਕਰ, ਨਾਮ ਜਪਿਆ ਕਰ,
ਜਿਹੜੇ ਵੀ ਧਰਮ ਦੇ ਵਿੱਚ ਹੋ ਉਹਦਾ ਗੁਰਮੰਤਰ, ਉਹਦਾ ਬੀਜ ਮੰਤਰ ਤੂੰ ਸਦਾ ਆਪਣੇ ਹਿਰਦੇ ਵਿੱਚ ਪਰੋ ਕੇ ਰੱਖ। ਸੋ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਚਮਕੌਰਾਂ ਦੀ ਲੜੀਵਾਰ ਕਥਾ ਆਪ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਦੁਆਰਾ ਸੁਣ ਰਹੇ ਹੋ। ਪਹਾੜੀ ਰਾਜਾ ਨੇ ਫਿਰ ਮਤਾ ਪਕਾਇਆ। ਘਮੰਡ ਚੰਦ ਕਹਿੰਦਾ ਹੈ ਕਿ ਸਾਡੀ ਜਿਹੜੀ ਇੱਜ਼ਤ ਪੱਤ ਹੈ ਲੜ ਕੇ ਬਚੀ ਰਹੇਗੀ। ਜੇ ਰਾਜ ਚਾਹੁੰਦੇ ਹੋ ਤਾਂ ਲੜਨ ਤੋਂ ਨਾ ਡਰੋ। ਜਿਹੜਾ ਲੜਨ ਤੋਂ ਡਰਦਾ ਫਿਰ ਕਹਿੰਦਾ ਰਾਜ ਕਰਨਾ ਭੁੱਲ ਗਿਆ। ਜਿਸ ਤਰ੍ਹਾਂ ਮਤਾ ਪਕਾ ਕੇ ਸਾਰਿਆਂ ਨੇ ਹੁਣ ਆਪਣੀ ਸੈਨਾ ਨੂੰ ਤੋਰਿਆ। ਆਪਣੇ ਵੱਲੋਂ ਤੇ ਇਹ ਜਾਣ ਚੱਕ ਹੀ ਹੱਲਾ ਕੀਤਾ ਹੈ। ਨਗਾਰਿਆਂ ਦੇ ਚੋਟਾਂ ਲਾ ਦਿੱਤੀਆਂ। ਆ ਰਹੇ ਸਨ। ਉਧਰੋਂ ਇੱਕ ਸੂਈਆ ਸਿੰਘ ਉਹ ਭੱਜ ਕੇ ਆਇਆ। ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗਾ ਪਹਾੜੀਆਂ ਨੇ ਸਾਡੇ ਉੱਤੇ ਹਮਲਾ ਕਰ ਦਿੱਤਾ ਹੈ। ਜਦੋਂ ਆ ਕੇ ਦੱਸਿਆ ਇੱਥੋਂ ਤੱਕ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ। ਆਓ ਸੱਚੇ ਪਾਤਸ਼ਾਹ ਜੀ ਦੀ ਅੱਗੋਂ ਤਿਆਰੀ ਕਰਦੇ ਨੇ। ਮਨ ਬਿਰਤੀਆਂ ਨੂੰ ਕਰੀਏ ਇਕਾਗਰ, ਪ੍ਰੇਮ ਦੇ ਨਾਲ ਸਾਰੀ ਸੰਗਤ ਇੱਕ ਵਾਰੀ ਉਚਾਰਨ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਹੁੰਚੇ ਲਖੋ ਆਪਣੇ ਤੀਰ। ਆਣ ਕੇ ਸੂਈਆ ਸਿੰਘ ਕਹਿੰਦਾ ਕਿ ਆਪਣੇ ਕੋਲ ਹੀ ਪਹੁੰਚੇ ਲਓ। ਪਹਾੜੀ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਹਨ। ਕਹੇ ਤੁਬਕ ਤੋਮਰ ਧਨ ਤੀਰ। ਉਹਨਾਂ ਨੇ ਹੱਥਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਸ਼ਸਤਰ ਫੜੇ ਹੋਏ ਹਨ। ਸੁਣ ਸਤਿਗੁਰ ਤਿਆਰੀ ਕਰਵਾਏ। ਸੱਚੇ ਪਾਤਸ਼ਾਹ ਜੀ ਨੇ ਸੁਣ ਕੇ ਖਾਲਸੇ ਪੰਥ ਦੀ ਵੀ ਤਿਆਰੀ ਕਰਵਾਈ ਹੈ। ਗੁਲਕਾ ਹਰ ਬਰੂਦ ਸਮਦਾਈ। ਗੋਲੀਆਂ ਬਰੂਦ ਸਾਰਾ ਕੁਝ ਇਕੱਠਾ ਕਰਵਾ ਲਿਆ। ਲੀਲੇ ਸਿੰਘ ਧਰੈ ਉਤਸਾਹੂ। ਸਿੰਘਾਂ ਦੇ ਮਨਾਂ ਦੇ ਵਿੱਚ ਬੜਾ ਉਤਸ਼ਾਹ। ਸਾਰੇ ਆਪੋ ਆਪਣੇ ਹਿੱਸੇ ਦਾ ਬਰੂਦ ਗੋਲੀਆਂ ਜਦੋਂ ਪ੍ਰਾਪਤ ਕਰਦੇ ਨੇ ਬੜਾ ਚਾਅ ਉਹਨਾਂ ਦੇ ਮਨ ਦੇ ਵਿੱਚ ਜੂਝਣ ਦਾ ਹੈ। ਕਹੈ ਪਰਹਾਰੋ ਰਿਬ ਰਣ ਮਾਹੂ। ਤੇ ਕਹਿੰਦੇ ਨੇ ਇੱਕ ਦੂਸਰੇ ਨੂੰ ਕਿ ਮੈਂ ਜ਼ਿਆਦਾ ਵਾਰੀ ਮਾਰਾਂਗਾ ਜੰਗ ਦੇ ਵਿੱਚ। ਦੂਸਰਾ ਕਹਿੰਦਾ ਮੈਂ ਤੇਰੇ ਨਾਲੋਂ ਜ਼ਿਆਦਾ ਮਾਰਾਂਗਾ। ਬੜਾ ਉਤਸ਼ਾਹ ਹੈ। ਹੁਕਮ ਦੀਨ ਰਣਜੀਤ ਨਗਾਰਾ। ਹੁਕਮ ਦਿੱਤਾ ਹੈ ਕਿ ਰਣਜੀਤ ਨਗਾਰਾ ਦੇਹੁ ਬਜਾਏ ਦਲ ਹਵੈ ਸਭ ਤਿਆਰਾ। ਰਣਜੀਤ ਨਗਾਰੇ ਦੇ ਉੱਤੇ ਚੋਟਾਂ ਲਾ ਦਿਓ। ਪਤਾ ਲੱਗ ਜੇ ਵੈਰੀ ਨੂੰ ਕਿ ਖਾਲਸਾ ਪੰਥ ਵੀ ਤਿਆਰ ਬਰ ਤਿਆਰ ਹੈ। ਸਗਲ ਖਾਲਸੇ ਘਰ ਧਰ ਅਸੀਂ। ਅਤੇ ਇਸ ਤਰ੍ਹਾਂ ਗੁਰਮੁਖ ਪਿਆਰਿਓ ਸਾਰੇ ਖਾਲਸੇ ਪੰਥ ਨੇ, ਖਾਲਸੇ ਨੇ, ਸਿੰਘਾਂ ਨੇ, ਸਾਰਿਆਂ ਨੇ ਆਪਣੇ ਗਾਤਰੇ ਕਿਰਪਾਨਾਂ ਧਾਰਨ ਕਰ ਲਈਆਂ ਵੱਡੀਆਂ। ਸਿਬਰ ਸਮੇਤ ਦੁਰਦ ਕੱਟ ਕਸੀ। ਅਤੇ ਨਾਲ ਹੀ ਜਿਹੜੀਆਂ ਢਾਲਾਂ ਹਨ ਆਪਣੇ ਪਿੱਠ ਦੇ ਉੱਤੇ ਬੰਨ੍ਹ ਲਈਆਂ ਹਨ। ਲਰਨ ਜਿਨ੍ਹਾਂ ਕੋ ਨਿਤ ਵਿਵਹਾਰੇ। ਅਤੇ ਲੜਨ ਵਾਸਤੇ ਜਿਨ੍ਹਾਂ ਦਾ ਨਿਤ ਦਾ ਹੀ ਕੰਮ ਹੈ। ਵਿਹਾਰ ਹੀ ਇਹ ਹੈ ਜਿਵੇਂ ਸਾਡਾ ਕਾਰ ਵਿਹਾਰ ਹੈ ਨਾ। ਕੋਈ ਆਪਾਂ ਖੇਤੀ ਕਰਦਾ ਹੈ, ਕੋਈ ਦੁਕਾਨਦਾਰੀ ਕਰਦਾ ਹੈ, ਕੋਈ ਕਿੱਤਾ ਕਰਦਾ ਹੈ, ਕੋਈ ਨੌਕਰੀ ਕਰਦਾ ਹੈ। ਸਿੰਘਾਂ ਦਾ ਵਿਹਾਰ ਕੀ ਹੈ? ਨਿਤ ਹੀ ਜੰਗ ਕਰਨਾ, ਨਿਤ ਹੀ ਲੜਨਾ। ਭਏ ਸੰਗਤ ਵੱਧ ਸਭ ਸਾਰੇ। ਸ਼ਸਤਰਾਂ ਦੇ ਨਾਲ ਸਾਰੇ ਸੂਰਮੇ ਸਨੱਧ ਵੱਧ। ਆਪ ਚੜੇ ਤਬ ਗੋਬਿੰਦ ਸਿੰਘ। ਸੱਚੇ ਪਾਤਸ਼ਾਹ ਜੀ ਜੋ ਖਾਲਸੇ ਪੰਥ ਨੂੰ ਤਿਆਰ ਬਰ ਤਿਆਰ ਕਰਵਾ ਦਿੱਤਾ ਨਾ। ਤੇ ਹੁਣ ਆਪਣੀ ਸੈਨਾ ਦੇ ਸੈਨਾਪਤੀ ਮੁਖੀ ਬਣ ਕੇ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਸਵਾਰ ਹੋਏ ਹਨ। ਮਤ ਗਜਨ ਪਰ ਜਿਮ ਗੁਪ ਸਿੰਘ। ਤੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਕਿਉਂ ਲੱਗਦਾ ਹੈ ਜਿਵੇਂ ਅੱਗੋਂ ਮਸਤ ਹਾਥੀ ਆਉਂਦੇ ਪਏ ਹਨ। ਜਦੋਂ ਮਸਤ ਹੋ ਜਾਂਦਾ ਹਾਥੀ ਕਹਿੰਦੇ ਉਹ ਜੰਗਲ ਦੇ ਵਿੱਚ ਪੱਥਰ ਮਚਾ ਦਿੰਦਾ, ਉਹ ਰੁੱਖਾਂ ਨੂੰ ਪੁੱਟ ਕੇ ਸੁੱਟ ਦਿੰਦਾ ਹੈ। ਉਹ ਜਾਨਵਰਾਂ ਨੂੰ ਕਹਿੰਦੇ ਮੌਤ ਦੇ ਘਾਟ ਉਤਾਰ ਦਿੰਦਾ, ਆਪਣੇ ਪੈਰਾਂ ਦੇ ਹੇਠ ਕੁਚਲ ਦਿੰਦਾ। ਤੇ ਪਰ ਉਹਨੂੰ ਕਹਿੰਦੇ ਅੱਗੋਂ ਜੇ ਟੱਕਰ ਜਾਵੇ ਕਿਹੜੀ ਸ਼ੇਰ, ਤੇ ਭਾਵੇਂ ਉਹ ਕੱਦ ਦੇ ਵਿੱਚ ਤੇ ਛੋਟਾ ਹੀ ਹੁੰਦਾ ਹੈ, ਪਰ ਕਹਿੰਦੇ ਹਾਥੀ ਫਿਰ ਡਰਦਾ ਭੱਜ ਜਾਂਦਾ। ਇਹ ਉਹ ਪ੍ਰਤੀਤ ਹੁੰਦਾ ਜਿਵੇਂ ਮਸਤੇ ਹੋਏ ਹਾਥੀਆਂ ਦਾ ਝੁੰਡ ਆਉਂਦਾ ਹੋਵੇ ਪਹਾੜੀ ਰਾਜਿਆਂ ਦਾ। ਤੇ ਇੱਧਰੋਂ ਖਾਲਸਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਵੇਂ ਕਿਹੜੀ ਸ਼ੇਰ ਹੋਣ। ਜਰਾ ਸੰਦ ਪਰ ਗੋਬਿੰਦ ਜੈਸੇ। ਜਰਾ ਸੰਦ ਸੀ ਜਿਹੜਾ ਜਿਹਨੇ 18 ਵਾਰ ਕੀਤੇ ਸ੍ਰੀ ਕ੍ਰਿਸ਼ਨ ਜੀ ਦੇ ਉੱਪਰ ਹਮਲਾ ਕੀਤਾ। ਉਹ ਮਰਦਾ ਨਹੀਂ ਸੀ ਕਿਉਂਕਿ ਇਹਦੇ ਉਹਦੇ ਸਰੀਰ ਦੇ 2 ਹਿੱਸੇ ਸਨ। 2 ਹਿੱਸਿਆਂ ਨੂੰ ਜੋੜ ਕੇ ਬਣਿਆ ਸੀ।
ਉਹਨੂੰ ਫਿਰ ਜਾ ਕੇ ਤੇ ਭੀਮ ਦੇ ਕੋਲੋਂ ਕਹਿੰਦੇ ਇਹਨੂੰ ਮਰਵਾਇਆ। ਕੋੜਕ ਦੇ ਵਿੱਚ ਦੱਸਿਆ ਵੀ ਉਹ ਪਾੜ ਕੇ ਸੁੱਟ ਦਿੰਦਾ ਸੀ, ਉਹ ਫਿਰ ਜੁੜ ਜਾ ਕੇ ਫਿਰ ਦਾਤਨ ਕਰਦੇ ਪਏ ਸਨ। ਕਹਿੰਦੇ ਦਾਤਨ ਕਰਦਿਆਂ ਪਾੜ ਕੇ ਇੱਕ ਹਿੱਸਾ ਇੱਧਰ ਸੁੱਟਿਆ, ਉਲਟ ਵਾਲੇ ਪਾਸੇ ਦੂਸਰਾ ਹਿੱਸਾ ਸੁੱਟ ਦਿੱਤਾ। ਇਸ਼ਾਰਾ ਕੀਤਾ ਵੀ ਇਹਦਾ ਉਲਟ ਪੁਲਟ ਸੁੱਟ ਨਹੀਂ ਸੀ। ਜਰਾਸੰਧ ਫਿਰ ਮਰਿਆ। ਜਿਵੇਂ ਕਹਿੰਦੇ ਸ੍ਰੀ ਕ੍ਰਿਸ਼ਨ ਜੀ ਨੇ ਜਰਾਸੰਧ ਨੂੰ ਮਾਰ ਦਿੱਤਾ। ਜਾਦਵ ਸੰਗ ਖਾਲਸਾ ਤੈਸੇ। ਇਸੇ ਤਰ੍ਹਾਂ ਹੀ ਜਿਵੇਂ ਉਹ ਸਨ, ਇਸੇ ਤਰ੍ਹਾਂ ਖਾਲਸੇ ਦੇ ਨਾਲ ਹਨ ਸਤਿਗੁਰੂ ਜੀ। ਸਿੰਘਨ ਭਲਿਓ ਪ੍ਰਭੂ ਸੁਨ ਲੀਜੈ। ਤੇ ਸਾਰੇ ਸਿੰਘ ਕਹਿਣ ਲੱਗੇ ਸੱਚੇ ਪਾਤਸ਼ਾਹ ਜੀਓ ਸੁਣੋ। ਚਲੋ ਅਗਰ ਹੀ ਰੜ ਕੋ ਕੀਜੈ। ਅੱਗੇ ਚੱਲੀਏ ਹੁਣ ਜਾ ਕੇ ਅੱਗੇ ਰਨ ਨੂੰ ਕਰੀਏ, ਯੁੱਧ ਨੂੰ ਕਰੀਏ। ਇਹਾ ਨ ਪਹੁੰਚੈ ਰਿਪ ਸਮੁਦਾਈ। ਸ੍ਰੀ ਅਨੰਦਪੁਰ ਸਾਹਿਬ ਨਾ ਕਿਤੇ ਇਹ ਜਿਹੜੇ ਵੈਰੀ ਪਹੁੰਚ ਜਾਣ। ਵੱਧ ਆਗੇ ਹੀ ਦੇਹ ਲੜਾਈ। ਅਸੀਂ ਅੱਗੇ ਜਾ ਕੇ ਪਹਿਲਾਂ ਹੀ ਇਹਨਾਂ ਦੇ ਉੱਤੇ ਹੱਲਾ ਬੋਲ ਦਿਆਂਗੇ, ਅੱਗੇ ਜਾ ਕੇ ਲੜਾਈ ਕਰਾਂਗੇ। ਦੂਰ ਅਨੰਦਪੁਰ ਕੋ ਤਜ ਗਏ। ਇਸ ਤਰ੍ਹਾਂ ਸਿੰਘ ਕਾਫੀ ਦੂਰ ਅੱਗੇ ਨਿਕਲ ਗਏ, ਅਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਰਾਜਨ ਕੇ ਮੁਕਾਬਲੇ ਭਏ। ਇਹ ਰਾਜਿਆਂ ਦੇ ਮੁਕਾਬਲਾ ਕਰਨ ਵਾਸਤੇ ਇੱਕ ਸੰਗਰਾਮ ਹੋਏ ਕਰ ਪਿਆਰੇ। ਸੰਗਰਾਮ ਵਾਸਤੇ, ਯੁੱਧ ਵਾਸਤੇ ਤਿਆਰ ਹਨ। ਹਰਖ ਸਮੇਤ ਸੁਚੇਤ ਉਦਾਰੇ। ਬਹੁਤ ਖੁਸ਼ੀ ਵੀ ਹੈ, ਕੋਈ ਡਰਦਾ ਨਹੀਂ ਪਿਆ, ਮਨ ਦੇ ਵਿੱਚ ਕਿਸੇ ਦੇ ਸਹਿਮ ਨਹੀਂ। ਸਾਰੇ ਸਿੰਘ ਸੁਨੰਦਬੱਧ ਹਨ। ਦੋਰਾ ਉਮੜੇ ਦਲ ਦਿਸ ਦੋਨ ਤੇ ਕਰੀ ਤੋ ਮੰਗੈ ਤਿਆਰ। ਆਮੋ ਸਾਹਮਣੇ ਹੋ ਗਏ ਹੁਣ ਦੋਵੇਂ ਦਲ, ਸੱਚੇ ਪਾਤਸ਼ਾਹ ਦਾ ਖਾਲਸਾ ਪੰਥ ਤੇ ਭੀਮ ਚੰਦ, ਘਮੰਡ ਚੰਦ, ਭੂਪ ਚੰਦ, ਇਹ ਸਾਰੇ ਇਕੱਠੇ ਹੋ ਕੇ ਆਏ, ਇੱਕ ਦੂਜੇ ਦੇ ਸਾਹਮਣੇ ਖਲੋ ਗਏ ਕੁਝ ਕੁ ਦੂਰੀ ਦੇ ਉੱਤੇ। ਤੇ ਦੋਨੇ ਦਲਾਂ ਨੇ ਹੁਣ ਕਹਿੰਦੇ ਬੰਦੂਕਾਂ ਤਾਣ ਲਈਆਂ। ਦਸਤਰਵਾ ਕਰ ਤਜ ਦਰੀ ਹੋਣ ਲੱਗੀ ਤਬ ਮਾਰ। ਅੱਖਾਂ ਦੇ ਉੱਤੇ ਰੱਖ ਕਰਕੇ ਨਿਸ਼ਾਨੇ ਬੰਨ੍ਹ ਕੇ ਇੱਕ ਦੂਜੇ ਦੇ ਜਲਾ ਦਿੱਤੀਆਂ ਬੰਦੂਕਾਂ। ਹੋਣ ਲੱਗ ਪਈ ਮਾਰੋ ਮਾਰ। ਚੌਪਈ ਹਿਤ ਹਿਰਨ ਕੇ ਜੰਗ ਤਮਾਸ਼ਾ। ਉਧਰੋਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜੰਗ ਦਾ ਤਮਾਸ਼ਾ ਵੇਖਣ ਵਾਸਤੇ। ਸ੍ਰੀ ਕਲਗੀ ਧਾਰ ਹਵੈ ਇੱਕ ਪਾਸਾ। ਇੱਕ ਪਾਸੇ ਹੋ ਕਰਕੇ ਉੱਚੇ ਥਲ ਪਰ ਹਵੈ ਟਿਕ ਰਹੇ। ਸੱਚੇ ਪਾਤਸ਼ਾਹ ਜੀ ਉੱਚਾ ਟਿਕਾਣਾ ਮੰਨਿਆ ਇੱਕ, ਜਿੱਥੋਂ ਆਪਣੀ ਸੈਨਾ ਨੂੰ, ਆਪਣੇ ਖਾਲਸੇ ਪੰਥ ਨੂੰ ਜਿਹੜਾ ਦੇਸ਼ ਦੇ ਸਕਣ ਕਿ ਇੱਧਰ ਨੂੰ ਚੱਲੋ, ਇੱਧਰਲੇ ਪਾਸੇ ਹਮਲਾ ਕਰੋ। ਉੱਚੀ ਥਾਂ ਮੰਨੇ, ਉੱਥੇ ਦੇਖਦੇ ਪਏ ਨੇ। ਉੱਚੀ ਥਾਂ ਤਾਂ ਵੀ ਮੰਨਦੇ ਸਨ ਕਿ ਜਿੱਥੇ ਵੀ ਤੀਰਾਂ ਦੀ ਵਰਖਾ ਕਰਨੀ, ਉੱਥੇ ਤੀਰਾਂ ਦੀ ਵਰਖਾ ਹੋ ਸਕੇ, ਦੁਸ਼ਮਣ ਨੂੰ ਮਾਰਿਆ ਜਾ ਸਕੇ। ਦੋਨੋਂ ਦਿਸ਼ ਕੇ ਦਲ ਕੋ ਲਹੇ। ਦੋਨੇ ਪਾਸੇ ਹੀ ਉਹਨਾਂ ਦੇ ਦਲ ਨੂੰ ਵੀ ਸੱਚੇ ਪਾਤਸ਼ਾਹ ਜੀ ਨਿਗਾਹ ਨਾਲ ਦੇਖ ਰਹੇ ਨੇ, ਇੱਧਰਲੇ ਪਾਸੇ ਵੀ ਆਪਣੀ ਦ੍ਰਿਸ਼ਟੀ ਰੱਖ ਰਹੇ ਹਨ। ਸਿੰਘ ਆਠ ਸੈ ਹੋਏ ਸਵਧਾਨੇ। ਸਿੰਘਾਂ ਦੀ ਗਿਣਤੀ ਹੈ ਕੇਵਲ 800 ਤੇ ਉਹਨਾਂ ਦੀ ਗਿਣਤੀ ਹੈ 10,000 ਤੋਂ ਵੀ ਜ਼ਿਆਦਾ। ਭਾਵ ਕਿ ਇਹ ਕਹਿ ਲਈਏ ਕਿ 10 ਗੁਣਾ ਤੋਂ ਵੀ ਜ਼ਿਆਦਾ ਗਿਣਤੀ ਹੈ ਉਹਨਾਂ ਦੀ। ਜੇ 1000 ਹੁੰਦਾ ਤੇ ਫਿਰ ਅਨੁਪਾਤ ਬਣਨਾ ਸੀ 10 ਅਨੁਪਾਤ 1। ਹੁਣ ਤੇ 10 ਅਨੁਪਾਤ 1 ਵੀ ਨਹੀਂ ਬਣਦਾ। 10 ਅਨੁਪਾਤ 0.8 ਬਣਦਾ। ਤੇ ਇਸ ਕਰਕੇ ਸਿੰਘਾਂ ਦੀ ਗਿਣਤੀ ਥੋੜੀ ਹੈ, ਪਰ ਕਹਿੰਦੇ ਥੋੜੀ ਦਾ ਭਾਵ ਇਹ ਹੈ ਕਿ ਨਫਰੀ ਥੋੜੀ ਹੈ, ਪਰ ਉਹਨਾਂ ਦੇ ਵਿੱਚ ਜਜ਼ਬਾ ਲੜਨ ਦਾ, ਉਹਨਾਂ ਦੇ ਉੱਤੇ ਜਿਹੜੀ ਕਿਰਪਾ ਦ੍ਰਿਸ਼ਟੀ ਹੈ ਉਹ ਵੱਖਰੀ ਗੱਲ ਹੈ। ਰੂਹਾਨੀਅਤ ਪੱਖ ਉਹਨਾਂ ਦੇ ਕੋਲ ਹੈ। ਉਹ ਦੂਸਰੇ ਪਾਸੇ ਜਿਹੜੇ ਪਹਾੜੇ ਦੇ ਆਏ ਹੋਏ ਲੜਨ ਵਾਲੇ, ਪਹਾੜੇ ਤੇ ਲੜਨ ਵਾਲੇ, ਤਨਖਾਹਦਾਰ ਲੜਨ ਵਾਲੇ ਜਿਹੜੇ ਨੇ, ਜਿਹੜੇ ਮਰਜੀਵੜੇ ਹੁੰਦੇ ਉਹਨਾਂ ਦੇ ਨਾਲ ਨਹੀਂ ਲੜ ਸਕਦੇ। ਇਹ ਪੱਕੀ ਗੱਲ ਹੈ ਕਿ ਜਿਹੜਾ ਮਰਜੀਵੜਾ ਹੈ, ਜਿਹਨੇ ਮਰਨਾ ਮੰਡਿਆ ਹੋਇਆ ਵੀ ਮੈਂ ਜਾਂ ਮਰ ਜਾਊਂਗਾ ਜੰਗ ਦੇ ਜਾਂ ਮਾਰ ਜਾਊਂਗਾ, ਉਹਦੇ ਮੁਕਾਬਲੇ ਪੈਸੇ ਲੈ ਕੇ ਲੜਨ ਵਾਲਾ ਨਹੀਂ ਲੜ ਸਕਦਾ। ਉਹਨੂੰ ਜਦੋਂ ਲੱਗਾ ਕਿ ਮੇਰੇ ਤੇ ਹਮਲਾ ਹੋਇਆ, ਮੈਨੂੰ ਸੱਟ ਲੱਗਣ ਲੱਗੀ, ਮੇਰੇ ਤੇ ਸ਼ੈਟਰ ਵੱਜ ਜਾਣਾ, ਮੇਰਾ ਫੱਟ ਲੱਗੇਗਾ ਮੈਨੂੰ, ਉਹਨੇ ਭੱਜ ਜਾਣਾ।
ਇਸੇ ਤਰ੍ਹਾਂ ਹੀ ਹੋਇਆ, ਪਿੱਛੇ ਭੱਜਦੇ ਰਹੇ ਜਦੋਂ ਪਹਾੜੀ ਰਾਜੇ। ਤੇ ਇਸੇ ਕਰਕੇ ਸਿੰਘਾਂ ਦੀ ਗਿਣਤੀ ਬਹੁਤ ਥੋੜੀ ਹੈ, ਕੇਵਲ 800 ਹੈ, ਪਰ ਸਾਵਧਾਨ ਹਨ। 10,000 ਗਿਰਬੰਦ ਭਟ ਆਨੇ। ਇਹਨਾਂ ਨੇ 10,000 ਪਹਾੜੀ ਰਾਜਿਆਂ ਨੇ ਆਪਣੇ ਨਾਲ ਸੈਨਿਕ ਲੈ ਕੇ ਆਉਂਦੇ ਹਨ। ਜਵਾਲਾ ਬੰਮੜੀ ਕੀ ਤਿਰਮਾਲਾ। ਅਤੇ ਜਵਾਲਾ ਬੰਮੜੀ ਜਿਹੜੀਆਂ ਬੰਦੂਕਾਂ ਨੇ, ਇਹਨਾਂ ਦੀ ਇੱਕ ਕਤਾਰ ਬਣਾਈ ਹੋਈ ਹੈ। ਛੁੱਟ ਇੱਕ ਵਾਰ ਪਰਕਾਸ਼ੀ ਜਵਾਲਾ। ਇੱਕੋ ਵਾਰੀ ਜਦੋਂ ਛੱਡੀਆਂ ਬੰਦੂਕਾਂ ਖੋਲੀਆਂ, ਪੈਰ ਖੋਲਿਆ ਤੇ ਇੱਕ ਪ੍ਰਕਾਸ਼ ਹੋਇਆ। ਘਟਾ ਜਮੂ ਮਹਿ ਤੜਤਾ ਜਾਗੀ। ਤੇ ਕਹਿੰਦੇ 4 ਫੇਰੇ ਸੈਨਾ ਦੇ ਵਿੱਚ ਜਿਵੇਂ ਬਿਜਲੀ ਲਿਸ ਕੇ ਪੈਂਦੀ ਹੋਵੇ ਨਾ, ਇਸ ਤਰ੍ਹਾਂ ਦੇ ਜਿਹੜਾ ਪ੍ਰਕਾਸ਼ ਹੋਇਆ ਹੈ। ਕਰਕਾ ਬਰਕਤ ਗੁਲਕਾਂ ਲਾਗੀ। ਬਹੁਤ ਜ਼ਿਆਦਾ ਜਿਵੇਂ ਗੜੇ ਵਾਹਦੇ ਪਏ ਹੋਣ, ਇਸ ਤਰ੍ਹਾਂ ਗੋਲੀਆਂ ਦਾ ਮੀਂਹ ਵਾਰਿਆ ਹੈ। ਗੋ ਫੇਰ ਤਮੰਗ ਚਲਾਵੇ। ਫਿਰ ਸੂਰਮੇ ਕਹਿੰਦੇ ਘੋੜੇ ਨੂੰ ਪ੍ਰੇਰਦੇ ਨੇ ਅਤੇ ਫਿਰ ਜਾ ਕੇ ਬੰਦੂਕ ਚਲਾਉਂਦੇ ਹਨ। ਵਧੇ ਅਗਰ ਕੋ ਮਾਰ ਗਿਰਾਵੇ। ਜਿਹੜਾ ਕੋਈ ਅੱਗੇ ਵਧਦਾ ਹੈ ਦੁਸ਼ਮਣ, ਤੇ ਇਹ ਸੂਰਮੇ ਮਾਰ ਕੇ ਥੱਲੇ ਸੁੱਟ ਦਿੰਦੇ ਹਨ। ਦੇਖ ਪਰਸ ਪਰ ਭਨੇ ਬਹਾਰੀ। ਆਪਸ ਦੇ ਵਿੱਚ ਦੇਖ ਕਰਕੇ ਨਾ, ਆਪਸ ਦੇ ਵਿੱਚ ਫਿਰ ਗੱਲਾਂ ਕਰਦੇ ਨੇ ਪਹਾੜੀਏ। ਇਹ ਵਿਦਿਆ ਸਿੰਘਨ ਮਹਿ ਭਾਰੀ। ਜੰਗ ਲੜਨ ਦੀ ਜਦੋਂ ਅੱਗੋਂ ਪਹਿਲਾਂ ਤੇ ਕੋਈ ਪੜਾਵੇ ਮਾਰਦਾ ਹੋਵੇਗਾ, ਜਿਹੜਾ ਨਵਾਂ ਆਇਆ ਹੋਵੇਗਾ, ਵੀ ਉਹਦਾ ਹੋਣੀ ਖਾਲਸਾ ਸਾਜਿਆ, ਇਹਨਾਂ ਨੂੰ ਕਿਹੜਾ ਲੜਨਾ ਆਉਂਦਾ, ਤੇ ਜਾਵਾਂਗੇ ਕਹਿੰਦੇ ਜਾ ਕੇ ਤੇ ਮਾਰ ਪਵਾਂਗੇ, ਕੋਈ ਗੱਲ ਹੀ ਨਹੀਂ, ਪਰਵਾਹ ਹੀ ਨਹੀਂ। ਤੇ ਜਦੋਂ ਹੱਥ ਦੇਖੇ ਨਾ ਸਿੰਘਾਂ ਦੇ, ਜਦੋਂ ਉਹਨਾਂ ਦੀ ਸ਼ਸਤਰ ਦੀ ਵਿਦਿਆ ਵੇਖੀ, ਆਪਸ ਵਿੱਚ ਗੱਲਾਂ ਕਰਦੇ ਨੇ, ਬੜੀ ਜ਼ਿਆਦਾ ਭਾਰੀ ਵਿਦਿਆ ਹੈ ਸਿੰਘਾਂ ਦੇ ਕੋਲ। ਸ਼ਸਤਰ ਵਿਦਿਆ, ਬੰਦੂਕ ਚਲਾਉਣੀ, ਤੀਰ ਕਮਾਨ ਚਲਾਉਣਾ, ਇਹ ਬਹੁਤ ਜ਼ਿਆਦਾ ਅਭਿਆਸ ਦੇ ਨਾਲ ਗੁਰਮੁਖ ਪਿਆਰੇ ਆਉਂਦਾ ਸਾਰਾ। ਜਿਵੇਂ ਹੁਣ ਅਰਜੁਨ ਸੀ, ਤੇ ਅਰਜੁਨ ਜਿਹੜਾ ਹੈ ਤੀਰ ਅੰਦਾਜ਼, ਉਹਨੇ ਬੜਾ ਅਭਿਆਸ ਕੀਤਾ। ਤੇ ਫਿਰ ਏਕਲਵਿਆ ਸੀ ਜਿਹੜਾ, ਉਹਨੇ ਬੜਾ ਅਭਿਆਸ ਕੀਤਾ। ਜਿੰਨੇ ਵੀ ਧਰੁਪਧਾਰੀ ਹੋਏ, ਉਹਨਾਂ ਵੱਖਰਾ ਬਹੁਤ ਜ਼ਿਆਦਾ ਅਭਿਆਸ ਹੈ ਜਿਹੜਾ ਇਹ ਸਾਨੂੰ ਪਰਫੈਕਟ ਬਣਾਉਂਦਾ ਹਰ ਇੱਕ ਖੇਤਰ ਦੇ ਵਿੱਚ। ਕਿਸੇ ਵੀ ਖੇਤਰ ਦੇ ਵਿੱਚ ਜਿਹਨੇ ਨਿਪੁੰਨਤਾ ਹਾਸਲ ਕਰਨੀ, ਉਹਨੂੰ ਅਭਿਆਸ ਚਾਹੀਦਾ ਵੱਧ ਤੋਂ ਵੱਧ। ਇਸੇ ਕਰਕੇ ਕਹਿੰਦੇ ਨਾਮ ਦੇ ਵਿੱਚ ਵੀ ਅਭਿਆਸ। ਨਾਮ ਨੂੰ ਜੇ ਤੁਸੀਂ ਆਪਣੇ ਹਿਰਦੇ 'ਚ ਵਸਾਉਣਾ ਨਾ, ਉਹਦਾ ਵੀ ਅਭਿਆਸ ਕਰਨਾ ਪੈਣਾ। ਇਹ ਕਹਿ ਦਿੰਦੇ ਨਾ ਕਿ ਵਾਰ-ਵਾਰ ਨਾ ਪੜਿਆ ਕਰੋ, ਬਸ ਵਿਚਾਰ ਹੀ ਲਿਆ ਕਰੋ। ਵਾਹਿਗੁਰੂ ਦੀ ਵਿਚਾਰ ਕੀ ਕਰੇਗਾ? ਕੁਝ ਨਹੀਂ ਕਰ ਸਕਦਾ। ਇੱਕ ਵਾਰੀ ਵਾਹਿਗੁਰੂ ਆਖੇਗਾ, ਕੀ ਵਿਚਾਰ ਕਰ ਲਵੇਗਾ? ਇਹਦਾ ਬੀਜ ਮੰਤਰ ਹੈ, ਗੁਰ ਮੰਤਰ ਹੈ, ਸੱਚੇ ਪਾਤਸ਼ਾਹ ਦੁਆਰਾ ਦਿੱਤਾ ਹੋਇਆ। ਇਹਨੂੰ ਤਾਂ ਜੇ ਜਪੇਗਾ ਤੇ ਫਿਰ ਨੇ ਆਪਣੀ ਸ਼ਕਤੀ ਅੰਦਰ ਤੇਰੇ ਪ੍ਰਵੇਸ਼ ਕਰ। ਜਿਵੇਂ ਜਿਵੇਂ ਜਪਦਾ ਜਾਏਗਾ, ਉਵੇਂ ਪ੍ਰਕਾਸ਼ ਹੁੰਦਾ ਜਾਏਗਾ, ਉਵੇਂ ਉਵੇਂ ਚਾਨਣਾ ਹੋਵੇਗਾ। ਇਸ ਕਰਕੇ ਅਭਿਆਸ ਹੈ ਜਿਹੜਾ ਗੁਰਮੁਖ ਪਿਆਰੇ, ਉਹ ਗੁਰਬਾਣੀ ਦੇ ਵਿੱਚ ਵੀ ਅਭਿਆਸ, ਨਾਮ ਦੇ ਜਪਣੇ ਵਿੱਚ ਵੀ ਅਭਿਆਸ। ਕਿਸੇ ਵੀ ਫੀਲਡ ਦੇ ਵਿੱਚ ਜਦੋਂ ਕਿਸੇ ਨੇ ਨਿਪੁੰਨਤਾ ਹਾਸਲ ਕਰਨੀ ਹੈ, ਉਹਦਾ ਸਪੈਸ਼ਲਿਸਟ ਬਣਨਾ ਹੈ, ਉਹਦੇ ਵਿੱਚ ਉਹਨੂੰ ਅਭਿਆਸ ਦੀ ਸਖਤ ਜ਼ਰੂਰਤ ਹੁੰਦੀ। ਜਿਹੜਾ ਕੋਈ ਅਭਿਆਸ ਨਹੀਂ ਕਰਦਾ, ਸਾਰਤਾਵਲੀ ਦੇ ਵਿੱਚ ਪੰਡਤ ਹਰਦਿਆਲ ਜੀ ਕਹਿੰਦੇ ਨੇ, ਵਿਗ ਵਿਦਿਆ ਅਭਿਆਸ ਬਿਨਾਂ। ਜਿਹੜੀ ਵਿਦਿਆ ਵੀ ਹੈ, ਜਿੰਨੇ ਮਰਜ਼ੀ ਕੋਈ ਗ੍ਰੰਥ ਪੜ੍ਹ ਲਵੇ, ਜਿੰਨਾ ਚਿਰ ਉਹਦਾ ਅਭਿਆਸ ਨਹੀਂ ਕੀਤਾ, ਉਹਨਾਂ ਚਿਰ ਉਹ ਕਹਿੰਦੇ ਮਿੱਟੀ ਦੇ ਸਮਾਨ ਹੋ ਜਾਂਦੇ। ਇਸੇ ਤਰ੍ਹਾਂ ਸਿੰਘਾਂ ਨੇ ਬੜਾ ਅਭਿਆਸ ਕੀਤਾ ਹੈ ਸ਼ਸਤਰ ਵਿਦਿਆ ਦਾ। ਦੇਖ ਕੇ ਜਿਹੜਾ ਦੁਸ਼ਮਣ ਵੀ ਆਸ਼ਾ ਕਰਦਾ ਹੈ, ਕਹਿੰਦੇ ਬਹੁਤ ਜ਼ਿਆਦਾ ਸ਼ਸਤਰ ਦੇ ਵਿੱਚ ਨਿਪੁੰਨਤਾ ਹੈ ਸਿੰਘਾਂ ਦੇ ਖਾਲਸੇ ਦੇ। ਤਾਈ ਹੈ ਸਭਾਏ ਗੁਣ ਹਤੈ ਨਿਸ਼ਾਨੇ। ਘੋੜੇ ਨੂੰ ਭਜਾਉਂਦੇ ਨੇ ਤੇ ਫਿਰ ਨਿਸ਼ਾਨਿਆਂ ਨੂੰ ਫੁੰਡਦੇ ਹਨ। ਨਿਜ ਬਚਾਏ ਕਰ ਬਹੁਰ ਭਿਆਨੇ। ਆਪਣਾ ਬਚਾਅ ਵੀ ਕਰਦੇ ਹਨ, ਫਿਰ ਤੋਰਦੇ ਹਨ। ਕਰ ਹੰਕਾਰ ਸਾਲ ਸਾਰਿਤੇ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਹੰਕਾਰ, ਇਹ ਵਿਦਿਆ ਦਾ ਜਿਹੜਾ ਹੰਕਾਰ ਹੈ, ਸ਼ੁਭ ਹੰਕਾਰ ਹੈ ਮਨ ਦੇ ਵਿੱਚ। ਸਾਨੂੰ ਸੱਚੇ ਪਾਤਸ਼ਾਹ ਦਾ ਹੱਥ ਹੈ ਸਾਡੇ। ਦੋ ਤਰ੍ਹਾਂ ਦਾ ਹੰਕਾਰ ਹੁੰਦਾ ਹੈ, ਇੱਕ ਅਸ਼ੁਭ ਤੇ ਇੱਕ ਸ਼ੁਭ। ਇੱਕ ਕਹਿੰਦੇ ਨੇ ਸੋਧੀ ਹੋਈ ਚੀਜ਼ ਆ, ਪਾਰਾ ਉਹੀ ਹੁੰਦਾ ਹੈ, ਪਰ ਕਹਿੰਦੇ ਪਾਰਾ ਜਦੋਂ ਮਾਰ ਲਿਆ ਜਾਂਦਾ ਹੈ ਤੇ ਉਹ ਸਰੀਰ ਵਾਸਤੇ ਬਹੁਤ ਉਪਯੋਗੀ ਬਣ ਜਾਂਦਾ ਹੈ। ਤੇ ਜੇ ਕੱਚਾ ਪਾਰਾ ਸਰੀਰ 'ਚ ਚਲੇ ਜਾਵੇ ਤੇ ਉਸੇ ਵਕਤ ਹੀ ਮੌਤ ਹੋ ਜਾਂਦੀ, ਜਾਂ ਥੋੜ੍ਹੇ ਚਿਰ ਬਾਅਦ ਹੋ ਜਾਂਦੀ।
ਕਹਿਣ ਤੋਂ ਭਾਵ ਜਦੋਂ ਕੋਈ ਚੀਜ਼ ਸ਼ੁੱਧ ਹੋ ਜਾਂਦੀ ਨਾ, ਤੇ ਜਿਵੇਂ ਕ੍ਰੋਧ ਹੈ, ਕ੍ਰੋਧ ਵੀਰਸ ਦਾ ਰੂਪ ਧਾਰਨ ਕਰ ਲੈਂਦਾ। ਜਦੋਂ ਕਿਸੇ ਗੁਰਮੁਖ ਪਿਆਰੇ ਦੇ ਅਧੀਨ ਆ ਜਾਂਦਾ ਨਾ ਇਹ ਕ੍ਰੋਧ, ਉਹ ਵੀਰਸ ਬਣ ਜਾਂਦਾ ਹੈ। ਹੁਣ ਸਾਨੂੰ ਆਮ ਬੰਦਿਆਂ ਨੂੰ ਕ੍ਰੋਧ ਆਪਣੇ ਅਧੀਨ ਚਲਾਉਂਦਾ ਹੈ। ਉਹ ਜਦੋਂ ਚਾਹੁੰਦਾ ਆ ਜਾਂਦਾ ਹੈ, ਸਾਡੇ ਸਰੀਰ ਦਾ ਨਾਸ ਮਾਰ ਕੇ ਚਲੇ ਜਾਂਦਾ। 24 ਘੰਟੇ ਦੇ ਵਿੱਚ ਕਹਿੰਦੇ ਜਿਹਨੇ 2 ਘੰਟੇ ਵੀ ਕ੍ਰੋਧ ਕੀਤਾ, ਉਹਦਾ ਕਹਿੰਦੇ 24 ਘੰਟੇ ਦਾ ਜਿਹੜਾ ਸਰੀਰ ਦਾ ਸਾਰਾ ਜਿਹੜਾ ਬਣਿਆ ਹੁੰਦਾ ਨਾ ਸੰਤੁਲਨ, ਉਹ ਵਿਗੜ ਜਾਂਦਾ। ਇਸੇ ਤਰ੍ਹਾਂ ਹੀ ਜਿਹੜਾ ਵੀਰਸ ਆ, ਕ੍ਰੋਧ ਤੋਂ ਪ੍ਰਵਟ ਕੀਤਾ ਹੋਇਆ, ਉਹਦਾ ਸ਼ੁੱਧ ਸਰੂਪ ਆ, ਭਾਵ ਕਿ ਜਦੋਂ ਚਾਹੁੰਦਾ ਹੈ ਉਹਨੂੰ ਲੈ ਕੇ ਆਉਂਦਾ, ਨਹੀਂ ਤਾਂ ਉਹਨੂੰ ਪ੍ਰਗਟ ਨਹੀਂ ਕਰਦਾ। ਇਹ ਫਰਕ ਹੈ ਇਹਦੇ ਵਿੱਚ। ਇਸੇ ਤਰ੍ਹਾਂ ਸ਼ੁਭ ਹੰਕਾਰ ਹੈ ਜਿਹੜਾ ਖਾਲਸੇ ਦੇ ਮਨ ਦੇ ਵਿੱਚ, ਸਾਡਾ ਗੁਰੂ ਬਹੁਤ ਸਮਰੱਥ ਆ, ਸਾਡੇ ਪਿੱਛੇ ਮਾਲਕ ਦਾ ਹੱਥ ਹੈ। ਇਸ ਤਰ੍ਹਾਂ ਸ਼ੁਭ ਹੰਕਾਰ ਕਰਦਾ ਖਾਲਸਾ। ਪੂਰਨ ਪਰੇ ਅਗਰ ਕੋ ਤਦੇ, ਅਤੇ ਟੁੱਟ ਕੇ ਪੈ ਗਏ ਅੱਗੇ। ਭੀਮ ਚੰਦ ਨਿਜ ਅੰਗ ਬਚਾਏ, ਭੀਮ ਚੰਦ ਨੂੰ ਜਦੋਂ ਪਏ ਤੇ ਮਸਾਂ ਹੀ ਬਚਿਆ। ਲੜ ਕੇ ਸਨਮੁਖ ਸਕੈ ਨਾ ਆਏ, ਅਤੇ ਫਿਰ ਲੜਾਈ ਦੇ ਵਿੱਚ ਸਨਮੁਖ ਸਾਹਮਣੇ ਨਹੀਂ ਆ ਸਕਿਆ। ਭੂਪ ਚੰਦ ਹੰਡੂਰੀ ਧਾਇਓ, ਹੰਡੂਰੀਆ ਭੂਪ ਚੰਦ ਧਾ ਕੇ ਭੱਜ ਕੇ ਆਇਆ ਹੈ। ਦੇਵ ਸ਼ਰਨ ਕੋ ਸੰਗ ਮਿਲਾਇਓ, ਅਤੇ ਨਾਲ ਇਹਨੇ ਰਾਜੇ ਦੇਵ ਸ਼ਰਨ ਨੂੰ ਲਿਆ ਹੈ। ਬਹੁਰ ਵਜ਼ੀਰ ਸਿੰਘ ਰਣ ਘਾਲਾ, ਇਹ ਰਾਜੇ ਵਜ਼ੀਰ ਸਿੰਘ ਨੇ ਵੀ ਜਿਹੜਾ ਰਣ ਦੇ ਵਿੱਚ ਆਪਣਾ ਹੱਲਾ ਬੋਲਿਆ। ਛੂਟਤ ਗੁਲਕਾਂ ਨਾਦ ਕਰਾਲਾ, ਗੋਲੀਆਂ ਦੀ ਜਿਹੜੀ ਆਵਾਜ਼ ਹੈ ਬੜਾ ਭਿਆਨਕ ਉੱਥੇ ਆਵਾਜ਼ ਪੈਦਾ ਕਰਦੀ ਹੈ। ਸਭ ਸਿਪਾਹ ਕੋ ਆਗੇ ਧਰਿਓ, ਸਾਰੇ ਮੁਖੀ ਜਿਹੜੇ ਯੋਧੇ ਹਨ ਉਹਨਾਂ ਨੂੰ ਅੱਗੇ ਰੱਖਿਆ ਹੈ। ਆਪ ਪੇ ਲਰਨ ਹਿਤ ਮਨ ਕਰਿਓ, ਇਹਨਾਂ ਸਾਰੇ ਰਾਜਿਆਂ ਦਾ ਆਪਦਾ ਮਨ ਹੈ ਹੁਣ ਲੜਨ ਵਾਸਤੇ। ਹੋਤ ਤੜਾ ਭੜ ਸ਼ਬਦ ਤਪੰਗਨ, ਤੜਾ ਭੜ ਜਿਹੜੀਆਂ ਗੋਲੀਆਂ ਦੀ ਆਵਾਜ਼ ਆਉਂਦੀ ਹੈ ਤਾੜ ਕਰਕੇ। ਗਿਰਹਿ ਸੂਰ ਲਾਗੀ ਜਿਨ ਅੰਗਨ, ਜਿਹੜੇ ਸੂਰਮੇ ਦੇ ਅੰਗ ਦੇ ਵਿੱਚ ਲੱਗਦੀ, ਸਰੀਰ ਦੇ ਵਿੱਚ ਲੱਗਦੀ, ਉਹ ਡਿੱਗ ਪੈਂਦਾ ਹੈ। ਰੁਦਰ ਨਿਕਸ ਚਿਤ ਰਕਤ ਵਿਸਾਲਾ, ਅਤੇ ਮਾਸ ਬਾਹਰ ਨਿਕਲ ਆਉਂਦਾ ਹੈ, ਫਿਰ ਖੂਨ ਚੱਲ ਪੈਂਦਾ। ਸ਼ਿਰਤ ਜਿਹੜੀ ਹੈ ਉਹ ਧਰਤੀ ਖੂਨ ਦੇ ਨਾਲ ਲਾਲ ਹੋ ਜਾਂਦੀ ਹੈ। ਲੱਗੇ ਕਰਾਹਨ ਘਾਇਲ ਜਾਲਾ, ਜਿਹੜੇ ਜ਼ਖਮੀ ਹੋ ਜਾਂਦੇ ਨੇ ਉਹ ਕਰਾਉਂਦੇ ਨੇ ਜ਼ਖਮਾਂ ਦੇ ਵਿੱਚੋਂ ਜਦੋਂ ਪੀੜ ਹੁੰਦੀ ਬਹੁਤ ਸਾਰੀ। ਹੁਣ ਚੰਬੇਲ ਆਨ ਕਰ ਲਰੇ, ਫਿਰ ਚੰਬੇਲੀ ਦਾ ਜਿਹੜਾ ਰਾਜਾ ਹੈ ਉਹ ਵੀ ਆਣ ਕੇ ਲੜਨ ਲੱਗ ਪਿਆ। ਅਯੁੱਧ ਅਨਕ ਪਰਹਾਰਨ ਕਰੇ, ਅਨੇਕ ਤਰ੍ਹਾਂ ਦੇ ਸ਼ਸਤਰ ਉਹਨੇ ਚਲਾਏ। ਕੁੱਲੂ ਕੈਂਠਲ ਕੈ ਜਸਵਾਰੀ, ਅਤੇ ਜਸਵਾਲ ਦਾ ਰਾਜਾ, ਕੈਂਠਲ ਦਾ, ਕੁੱਲੂ ਦਾ, ਇਹ ਵੀ ਸਾਰੇ ਨਾਲ ਆਏ ਹੋਏ ਨੇ ਇਹਨਾਂ ਦੇ। ਵੀਰ ਸਿੰਘ ਪਹੁੰਚਿਓ ਬਲ ਭਾਰੀ, ਵੀਰ ਸਿੰਘ ਜਿਹੜਾ ਰਾਜਾ ਹੈ ਉਹ ਵੀ ਪਹੁੰਚਿਆ ਹੋਇਆ ਹੈ। ਇਦ ਤੇ ਆਲਮ ਸਿੰਘ ਅਗਾਰੇ, ਇਧਰਲੇ ਪਾਸਿਓਂ ਇਹ ਹੁਣ ਉਧਰਲਿਆਂ ਦੀ ਦੱਸ ਦਿੱਤੀ ਕਵੀ ਜੀ ਕਿ ਇਹ ਜਿਹੜੇ ਰਾਜੇ ਨੇ ਉਹਨਾਂ ਦੇ ਨਾਲ ਜਿਹੜੇ ਜੰਗ ਕਰਨ ਵਾਸਤੇ ਆਏ। ਹੁਣ ਖਾਲਸੇ ਦੇ ਜਿਹੜੇ ਸੂਰਮੇ ਨੇ ਉਹਨਾਂ ਦੀ ਗਿਣਤੀ ਦੱਸਣਗੇ, ਜਿਹੜੇ ਵਿਸ਼ੇਸ਼ ਕਰਕੇ ਅੱਗੇ ਮੋਹਰੇ ਹੋ ਕੇ ਲੜਦੇ ਨੇ, ਅੱਗੇ ਹੋ ਕੇ ਲੜ ਰਹੇ ਹਨ। ਇਦ ਤੇ ਆਲਮ ਸਿੰਘ ਅਗਾਰੇ, ਭਾਈ ਆਲਮ ਸਿੰਘ ਸੱਚੇ ਪਾਤਸ਼ਾਹ ਦੇ ਘੜਵਈ ਜਿਹੜੇ ਮਹਾਨ ਸੂਰਵੀਰ ਯੋਧੇ ਹਨ। ਆਲਮ ਸਿੰਘ ਨਚਨਾ ਜੀ ਬਣ ਕੇ, ਉਦੇ ਸਿੰਘ ਗਨਬਾਨ ਪਰਹਾਰੇ, ਭਾਈ ਉਦੈ ਸਿੰਘ ਜਿਹੜੇ ਮਹਾਨ ਸੂਰਵੀਰ ਯੋਧੇ ਹਨ, ਉਹਨਾਂ ਦੇ ਅੱਗੇ ਹੋ ਕੇ ਆਪਣੇ ਧਨੁੱਖ ਦੇ ਨਾਲ ਤੀਰਾਂ ਨੂੰ ਦਾਗ ਰਹੇ ਹਨ। ਤਿਸ ਛਿਨ ਭੇਜਿਓ ਨਰ ਗੋਸਾਈ, ਉਸੇ ਮੌਕੇ ਨਾ ਫਿਰ ਜਦੋਂ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਅੱਗੇ ਜ਼ਿਆਦਾ ਜੋਸ਼ ਦੇ ਵਿੱਚ ਅੱਗੇ ਤੁਰੇ ਜਾ ਰਹੇ ਨੇ ਲੜਨ ਵਾਸਤੇ, ਪਹਾੜੀਆਂ ਦਾ ਅੱਗੇ ਡਰਿਆ ਖਾਲਸਾ, ਕਿਉਂਕਿ ਮਨ ਦੇ ਵਿੱਚ ਕੋਈ ਡਰ ਹੀ ਨਹੀਂ ਗਾ। ਤੇ ਭਾਈ ਉਦੈ ਸਿੰਘ, ਭਾਈ ਆਲਮ ਸਿੰਘ ਬੜੇ ਜੋਸ਼ ਦੇ ਵਿੱਚ ਲੜਦੇ ਅੱਗੇ ਜਾ ਰਹੇ ਸਨ। ਜਦੋਂ ਉਸੇ ਮੌਕੇ ਸੱਚੇ ਪਾਤਸ਼ਾਹ ਜੀ ਨੇ ਇੱਕ ਸਿੰਘ ਨੂੰ ਭੇਜਿਆ। ਸਕਲ ਖਾਲਸੇ ਗਇਓ ਸੁਨਾਈ, ਉਹਨੇ ਫਿਰ ਉੱਚੀ ਆਵਾਜ਼ ਦੇ ਵਿੱਚ ਸਾਰੇ ਖਾਲਸੇ ਨੂੰ ਆਵਾਜ਼ ਦਿੱਤੀ ਭਾਈ ਕਿ ਸਕਲ ਖਾਲਸੇ ਦਿਓ ਸੁਣਾਈ। ਉੱਚੀ ਸਾਰੀ ਆਵਾਜ਼ ਲਗਾਈ। ਵਧੋ ਨ ਆਗੇ ਥਿਰ ਹਵੈ ਲਰੋ, ਭਾਈ ਇੱਥੇ ਜਿੱਥੇ ਖਲੋਤੇ ਹੋ ਇੱਥੇ ਹੀ ਲੜੀ ਜਾਓ ਦੁਸ਼ਮਣ ਦੇ ਨਾਲ, ਅਗਾਂਹ ਜ਼ਿਆਦਾ ਨਾ ਜਾਓ। ਜਵਾਲਾ ਬਮੜੀ
ਸ਼ੋਰਨ ਕਰੋ। ਬੰਦੂਕਾਂ ਦੀਆਂ ਗੋਲੀਆਂ ਇੱਥੋਂ ਹੀ ਭਰ ਭਰ ਕੇ ਬਰੂਦ ਤੁਸੀਂ ਛੱਡੋ। ਸੁਨਿਓ ਹੁਕਮ ਕੋ ਟਿਕ ਟਿਕ ਲਰੇ। ਜਦੋਂ ਹੁਕਮ ਸੁਣਿਆ ਸੱਚੇ ਪਾਤਸ਼ਾਹ ਜੀ ਦਾ, ਫਿਰ ਸਿੰਘ ਉੱਥੇ ਹੀ ਆਪਣੇ ਪੈਰ ਜਮਾੜੇ ਸਾਰਿਆਂ ਨੇ ਵੀ ਇੱਥੇ ਹੀ ਹੁਣ ਲੜਾਂਗੇ, ਆਗੇ ਨਹੀਂ ਵਧੈ ਭਟ ਗਿਰੇ। ਅੱਗੇ ਨਹੀਂ ਵਧਦੇ ਹੁਣ, ਪਰ ਜਿਹੜੇ ਪਹਾੜੀਏ ਨੇ ਉਹਦੇ ਆਉਂਦੇ ਹੀ ਪਏ ਨਾ ਅੱਗੇ। ਉਹ ਜਿੱਥੇ ਆਪੋ ਆਪਣੀ ਜਗ੍ਹਾ ਸਿੰਘਾਂ ਨੇ ਮੰਡੀ ਹੋਈ ਉੱਥੇ ਹੀ ਟਿਕੇ ਹੋਏ ਹਨ। ਮਿਲ ਪਹਾੜੀਅਨ ਘਾਲਿਓ ਹਿਲਾ। ਪਹਾੜੀਆਂ ਨੇ ਮਿਲ ਕੇ ਇੱਕੇ ਵਾਰੀ ਹੱਲਾ ਬੋਲਿਆ, ਮਾਰ ਮਾਰ ਕਰ ਰੋ ਰਹਿ ਮੇਲਾ। ਮਾਰ ਲਓ ਦਾ ਬਹੁਤਾ ਰੌਲਾ ਪਾਉਂਦੇ ਹਨ। ਦੁੰਦਬ ਢੋਲ ਪਟਹਿ ਬਹੁ ਬਾਜੇ। ਛੋਟੇ ਨਗਾਰੇ ਵੱਡੇ ਨਗਾਰੇ ਬਹੁਤ ਵੱਜਦੇ ਹਨ। ਮਾਰੂ ਰਾਗ ਸੁਨਤ ਭਟ ਗਾਜੇ। ਅਤੇ ਜਿਹੜੇ ਇਹ ਵਿਸ਼ੇਸ਼ ਕਰਕੇ ਹੁੰਦੇ ਸਨ ਜੰਗ ਦੇ ਵਿੱਚ, ਨਗਾਰਿਆਂ ਵਾਲੇ, ਨਫੀਰੀਆਂ ਵਾਲੇ ਅਤੇ ਜਿਹੜੇ ਰਾਗ ਗਾਉਣ ਵਾਲੇ। ਮਾਰੂ ਰਾਗ ਕਿਹੜੇ ਜੰਗ ਦਾ ਰਾਗ ਵੀ ਹੈ। ਮਾਰੂ ਰਾਗ ਜਿਹੜਾ ਹੈ ਇਹ ਸ਼ੋਕ ਦੇ ਸਮੇਂ ਵੀ ਗਾਇਆ ਜਾਂਦਾ ਹੈ। ਇਸ ਕਰਕੇ ਉਹ ਵਿਸ਼ੇਸ਼ ਕਰਕੇ ਨਾਲ ਗਾਉਣ ਵਾਲੇ ਹੁੰਦੇ, ਨਾਲ ਜਿਹੜੇ ਨਗਾਰਿਆਂ ਦੇ ਚੋਟਾਂ ਮਾਰਨ ਵਾਲੇ ਨਗਾਰ ਜੀ ਵੱਖਰੇ ਹੁੰਦੇ, ਨਿਸ਼ਾਨ ਜੀ ਵੱਖਰੇ ਹੁੰਦੇ ਹਨ। ਨਟ ਜਿਮ ਉਛਲੇ ਛਾਲ ਛਲੰਗੀ। ਅਤੇ ਸੂਰਮੇ ਜਿਵੇਂ ਕਹਿੰਦੇ ਨਟ ਹੁੰਦਾ ਕੋਈ ਬਾਜੀ ਪਾਉਣ ਵਾਲਾ, ਉਹ ਨੱਚਦਾ ਹੈ, ਕੁੱਦਦਾ ਹੈ। ਸੂਰਮਿਆਂ ਦੇ ਪੈਰਾਂ ਦੇ ਹੇਠ ਅੰਗਾਰੇ ਜਿਵੇਂ ਪਏ ਹੁੰਦੇ ਨੇ, ਅੱਗ ਭਰੀ ਹੁੰਦੀ, ਇਸ ਤਰ੍ਹਾਂ ਇੱਕ ਥਾਂ ਤੇ ਟਿਕਦੇ ਨਹੀਂ। ਕਹਿ ਕਹਿ ਸਿਮਰ ਕਿਰਪਾਨ ਨੰਗੀ। ਖੱਬੀ ਹੱਥ ਦੇ ਵਿੱਚ ਧਾਰ ਫੜੀ ਹੁੰਦੀ ਸੂਰਮਿਆਂ ਦੇ, ਤੇ ਸੱਜੀ ਹੱਥ ਵਿੱਚ ਕਿਰਪਾਨ ਹੈ। ਪੂਰਣ ਪੜੇ ਵੀਰ ਇੱਕ ਵਾਰੀ। ਅਗੇਰ ਨੂੰ ਕਹਿੰਦੇ ਇੱਕ ਵਾਰੀ ਪੈ ਗਏ। ਸਿੰਘਨ ਲੱਗ ਪਹੁੰਚੇ ਬਲ ਭਾਰੀ। ਇਹ ਪਹਾੜੀਏ ਸਿੰਘਾਂ ਤੱਕ ਪਹੁੰਚੇ ਹਨ ਅਗੀਰ ਦੇ ਵਿੱਚ। ਸੇਲੇ ਬਰਸ਼ੇ ਆਨ ਚਲਾਏ। ਅਤੇ ਸੇਲੇ ਚਲਾਉਂਦੇ ਨੇ, ਬਰਛੇ ਚਲਾਉਂਦੇ ਹਨ। ਸਿੰਘਨ ਸਨਮੁਖ ਘਾਵ ਸੁਖਾਏ। ਸਿੰਘਾਂ ਦੇ ਜਦੋਂ ਸਾਹਮਣੇ ਖਲੋਤੇ ਹੋਏ, ਉਹਨਾਂ ਨੇ ਹਥਿਆਰ ਚਲਾ ਦਿੱਤੇ, ਸਿੰਘ ਉੱਥੇ ਹੀ ਖਲੋਤੇ ਹੋਏ। ਕਈਆਂ ਨੂੰ ਕਾਫੀ ਜਿਹੜੇ ਜ਼ਖਮ ਲੱਗ ਗਏ, ਕਈਆਂ ਦੇ ਉੱਤੇ ਹਮਲਾ ਜਦੋਂ ਹੋ ਗਿਆ ਸਿੰਘਾਂ ਦੇ। ਥਾ ਉਨ ਤਜੀ ਅਰੇ ਰਣ ਰਹੇ। ਕਿਉਂਕਿ ਹੁਕਮ ਸੀ ਸੱਚੇ ਪਾਤਸ਼ਾਹ ਜਿਹੜਾ ਆਪਣੀ ਥਾਂ ਨਹੀਂ ਛੱਡਦੀ। ਹੁਕਮਾਂ ਨੇ ਕਿ ਉੱਥੇ ਨੇ, ਬਚਾਉਂਦੇ ਤੇ ਬਹੁਤ ਨੇ। ਹੱਥ ਦੇ ਵਿੱਚ ਢਾਲਾਂ ਫੜੀਆਂ ਹੋਈਆਂ ਨੇ, ਕਿਰਪਾਨਾਂ ਫੜੀਆਂ ਹੋਈਆਂ ਨੇ, ਪਰ ਉਹਨਾਂ ਦਾ ਹੱਲਾ ਬਹੁਤ ਜ਼ਿਆਦਾ ਹੋ ਗਿਆ। ਹੁਣ ਜ਼ਖਮੀ ਕਾਫੀ ਹੋ ਗਿਆ ਸਿੰਘ, ਪਰ ਆਪਣੀ ਥਾਂ ਨਹੀਂ ਛੱਡੀ। ਗੁਰ ਪ੍ਰਤਾਪ ਤੇ ਰਿਪ ਗਨ ਦਹੇ। ਉਹਨਾਂ ਦੇ ਕਾਫੀ ਸੈਨਿਕ ਸਿੰਘਾਂ ਨੇ ਮਾਰ ਮੁਕਾਏ। ਕਾਲੀ ਹੇਲ ਝਾਲ ਭਟ ਕਰੇ। ਅਤੇ ਜਿਹੜਾ ਹੱਲਾ ਹੁਣ ਪਹਾੜੀਆਂ ਨੇ ਬਹੁਤ ਜ਼ਬਰਦਸਤ ਕੀਤਾ ਸੀ ਨਾ, ਉਹ ਚੱਲ ਕੇ ਸੂਰਮੇ ਫਿਰ ਵੀ ਉੱਥੇ ਖਲੋਤੇ ਹਨ। ਇਤਨੇ ਵਿਖੈ ਸਿੰਘ ਰਿਸ ਭਰੇ। ਹੁਣ ਜਦੋਂ ਉਹਨਾਂ ਨੇ ਹੱਲਾ ਕਰ ਲਿਆ, ਹੁਣ ਇੱਕ ਵਾਰੀ ਕਿਉਂਕਿ ਜੰਗ ਦੇ ਵਿੱਚ ਇੱਕ ਹੱਲਾ ਹੁੰਦਾ ਹੈ, ਇਹਦੇ ਨਾਲ ਲੜਾਈ ਦੇ ਢਾਈ ਫੱਟ ਨੇ। ਜਦੋਂ ਕੋਈ ਲੜਦਾ ਹੈ, ਇਹ ਇੱਕ ਵੱਖਰੀ ਗੱਲ ਹੈ ਜੰਗ ਦੇ ਨਾਮ ਦੇ ਵਿੱਚ। ਦੂਸਰੀ ਲੜਾਈ ਜਿਹੜੀ ਹੁੰਦੀ, ਉਹ ਜਿਹੜਾ ਪਹਿਲਾਂ ਜਾ ਕੇ ਮਾਰ ਆਉਂਦਾ, ਚਾਰ ਨੂੰ ਵੱਜ ਜਾਂਦਾ, ਬਾਅਦ ਵਿੱਚ ਫਿਰ ਲੜਾਈਆਂ ਵਿੱਚ ਗੱਲ ਨਿਬੜ ਜਾਂਦੀ। ਫਿਰ ਇਸ ਕਰਕੇ ਕਹਿੰਦੇ ਉਹ ਜਦੋਂ ਗਏ, ਇਤਨੇ ਵਿਖੇ ਸਿੰਘ ਰਿਸ ਭਰੇ। ਹੁਣ ਸਿੰਘਾਂ ਦੇ ਮਨ ਦੇ ਵਿੱਚ ਪੀੜਾ ਜਾਗਿਆ ਕਿ ਇਹਨਾਂ ਨੇ ਹੁਣ ਹੱਲਾ ਕਰ ਲਿਆ, ਹੁਣ ਅਸੀਂ ਵੀ ਹੱਲਾ ਕਰੀਏ। ਖੜਗ ਮਿਆਨ ਤੇ ਖੈਂਚ ਨਿਗਾਰੇ। ਅਤੇ ਖੰਡੇ ਕੱਢ ਲਏ ਹਨ, ਕਿਰਪਾਨਾਂ ਧੂ ਲਈਆਂ ਹਨ। ਤੁਰਤ ਵਰਤ ਕਰ ਹਤੇ ਜੁਝਾਰੇ। ਅਤੇ ਬਿਜਲੀ ਦੇ ਕਰੰਟ ਦੇ ਸਮਾਨ ਇੱਕੇ ਵਾਰੀ ਅੱਗ ਦੇ ਝਮੱਕੇ ਦੇ ਨਾਲ ਕਈ ਜਿਹੜੇ ਇਹਨਾਂ ਨੇ ਜਿਹੜੇ ਪਹਾੜੀਏ ਮਾਰ ਦਿੱਤੇ। ਜਬ 10-20 ਅਗਰ ਕੇ ਮਾਰੇ। ਜਦੋਂ ਅੱਗੇ 20-25 ਜਿਹੜੇ ਅੱਗੇ ਸਨ, ਉਹਨਾਂ ਦੇ ਮੋਹਰੇ ਜਿਹੜੇ ਪਹਾੜੀਏ ਉਹ ਲੜਦੇ ਪਏ ਸਨ। ਜਦੋਂ ਉਹ ਫਿਰ ਸਿੰਘਾਂ ਨੇ ਮਾਰ ਮੁਕਾਏ, ਹਟੇ ਕੁਸ਼ਕ ਛਤਰ ਡਰ ਧਾਰੇ। ਇਹਨਾਂ ਦੇ ਮਨ ਦੇ ਵਿੱਚ ਉਹਨਾਂ ਦੇ ਚਾਹ ਸੀ ਪਹਿਲਾਂ ਤੋਂ ਬਹੁਤ ਜ਼ਿਆਦਾ। ਉਹ ਕਹਿੰਦੇ ਇੱਕ ਦੇ ਗੋਲੀ ਵੱਜਦੀ ਨਾ, ਬਾਕੀ ਸਾਰੇ ਭੱਜ ਜਾਂਦੇ ਨੇ। ਉਹਨਾਂ ਦੇ ਹੁਣ 20-25 ਮਾਰ ਮੁਕਾਏ ਜਦੋਂ, ਬਾਕੀ ਹੁਣ ਕਹਿੰਦੇ ਡਰਦੇ ਬਹੁਤ ਜ਼ਿਆਦਾ ਸੰਭਲ ਗਏ। ਦੇਖਤ ਭਇਓ ਖਾਲਸਾ ਆਗੇ। ਦੇਖਦੇ ਪਏ ਹਨ ਕਿ ਖਾਲਸਾ ਹੁਣ ਸਾਡੇ ਸਾਹਮਣੇ ਹੈ। ਮੋਹਰਾ ਛੋੜ ਮਹਾਰੀ ਭਾਗੇ। ਉਹ ਇੱਕ ਭਾਵ ਜਿਹੜਾ ਉਹਨਾਂ ਅੱਗਾ ਮੰਨ ਕੇ ਬੈਠੇ ਸਨ, ਥੋੜਾ ਜਿਹਾ ਉਹਨਾਂ ਦਾ ਜੰਗ ਦੇ ਵਿੱਚ ਅੱਗੇ ਸੀ ਪਏ।
ਹੁਣ ਜਿਹੜਾ ਮੋਹਰਾ ਨਾ ਮੱਲਿਆ ਅੱਗਾ ਮੱਲਿਆ ਹੋਇਆ ਸੀ ਜੰਗ ਦਾ ਛੱਡ ਕੇ ਭੱਜ ਗਏ। ਪਰੇ ਗੈਰ ਮਹਿ ਟਲੇ ਨ ਟਾਲੇ। ਆਦੇ ਆਪਣੇ ਰਸਤੇ ਪੈ ਗਏ, ਹੁਣ ਨਹੀਂ ਟਲਦੇ ਕਿ ਹੁਣ ਕੋ ਆਵਾਜ਼ਾਂ ਵੀ ਮਾਰਦੇ ਪੈਣ ਭੀਮ ਚੰਦ ਨਹੀਂ ਕੋਈ ਖਲੋ ਜਾਓ ਅਜੇ ਜੰਗ ਕਰਨੀ। ਉਹ ਕਹਿੰਦੇ ਸਾਡੇ ਤਾਂ ਨਹੀਂ ਲੜਿਆ ਜਾਂਦਾ ਖਾਲਸੇ ਨਾਲ, ਹੁਣ ਨਹੀਂ ਟਾਲਿਆ ਜਾਂਦਾ। ਖੜਕੇ ਉਹ ਖੜਗ ਕਰਾਲ ਪਿਸਾਲੇ। ਖੜਗ ਜਦੋਂ ਠੰਡਾ ਵਾਹੁੰਦਾ ਹੋਵੇ ਸੂਰਮਾ 80 ਸਾਲ ਤੱਕ ਦਾ ਸੂਰਮਾ ਜਦੋਂ ਮੈਦਾਨੇ ਜੰਗ ਦੇ ਵਿੱਚ ਜੂਝ ਰਿਹਾ ਹੋਵੇ ਤੇ ਉਹਦਾ ਖੰਡਾ ਲਗਾਤਾਰ ਹੀ ਚੱਲਦਾ ਪਿਆ ਹੋਵੇ ਤੇ ਉਹਦੇ ਸਾਹਮਣੇ ਫਿਰ ਕਿਹਨੇ ਖਲੋਣਾ। ਉਹ ਕਹਿੰਦੇ ਕਿ ਇਹਨਾਂ ਦੇ ਬਜ਼ੁਰਗ ਨੇ ਜਿਹੜੇ ਉਹ ਵੀ ਕਿੰਨੇ ਜਿਹੜੇ ਸਾਡੇ ਸੂਰਮਿਆਂ ਨੂੰ ਮਾਰ ਰਹੇ ਨੇ ਤੇ ਜਿਹੜੇ ਇਹਨਾਂ ਦੇ ਮੁੱਖ ਪ੍ਰਮੁੱਖ ਸੂਰਮੇ ਨੇ ਇਹ ਕਿੰਨਿਆਂ ਨੂੰ ਮਾਰ ਦੇਣਗੇ। ਜਦੋਂ ਸਾਲ ਤੇ ਸਾਲ ਵੱਜਦਾ ਲੋਹੇ ਤੇ ਲੋਹਾ ਖੜਕਦਾ ਹੈ ਤੇ ਕਹਿੰਦੇ ਬਹੁਤ ਭਿਆਨਕ ਦ੍ਰਿਸ਼ ਉੱਥੇ ਬਣਿਆ ਹੋਇਆ ਜੰਗ ਦਾ। ਸੰਦ ਜਬੈ ਜੁਦ ਜਾਗਾ ਕਟੇ ਸੀਸ ਬਾਗਾ। ਜਦੋਂ ਕਹਿੰਦੇ ਯੁੱਧ ਹੁਣ ਪੂਰਾ ਆਇਆ ਮੱਕ ਗਿਆ, ਆਏ ਆਪਣੀ ਚਰਮ ਸੀਮਾ ਤੇ ਪਹੁੰਚ ਗਿਆ। ਜਬੈ ਜੁਦ ਜਾਗਾ ਕਟੇ ਸੀਸ ਬਾਗਾ, ਸਿਰ ਰਹਿੰਦੇ ਪਏ ਨੇ। ਜਿਹੜਾ ਵਾਗਾ ਨੂੰ ਹੱਥ ਪਾਏ ਨੇ ਘੋੜਿਆਂ ਦੀਆਂ ਉਹ ਵਾਗਾ ਜਿਹੜੀਆਂ ਕੱਟੀਆਂ ਜਾ ਰਹੀਆਂ ਹਨ। ਬੜੇ ਖੱਗ ਧਾਰਾ ਜਥਾ ਕਾਠ ਆਰਾ। ਇਸੇ ਤਰ੍ਹਾਂ ਹੀ ਖੰਡੇ ਦੀ ਧਾਰ ਦੇ ਨਾਲ ਜਦੋਂ ਸਰੀਰ ਕੱਟੇ ਜਾਂਦੇ ਨੇ ਤੇ ਇਸ ਤਰ੍ਹਾਂ ਸਰੀਰ ਕੱਟਦੇ ਨੇ ਜਿਵੇਂ ਕੋਈ ਆਲ ਲੱਕੜ ਨੂੰ ਚੀਰ ਦਿੰਦਾ ਹੈ। ਗਿਰੇ ਜੁਦ ਸੂਰਾ ਨਿਰਪੈ ਨੰਦ ਕੂਰਾ। ਤੇ ਯੁੱਧ ਦੇ ਵਿੱਚ ਸੂਰਮੇ ਡਿੱਗਦੇ ਪਏ ਨੇ ਸ਼ਸਤਰਾਂ ਦੇ ਵਾਲ ਖਾ ਖਾ ਕੇ। ਜਿਹੜੇ ਰਾਜਕੁਮਾਰ ਆਏ ਨੇ ਉਹ ਵੀ ਮਰ ਰਹੇ ਹਨ। ਗੁਰੂ ਦੇਖ ਦੂਰੰ ਭਇਓ ਜੰਗ ਭੂਰੰ। ਸੱਚੇ ਪਾਤਸ਼ਾਹ ਜੀ ਉੱਚੇ ਸਥਾਨ ਤੋਂ ਦੇਖ ਰਹੇ ਨੇ ਕਿ ਖਾਲਸਾ ਬਹੁਤ ਸੁੰਦਰ ਤਰੀਕੇ ਦੇ ਨਾਲ ਜੰਗ ਕਰ ਰਿਹਾ ਹੈ। ਬੜਾ ਜ਼ਿਆਦਾ ਜੰਗ ਮਚਿਆ ਹੋਇਆ ਹੁੰਦਾ। ਕੜਾ ਕਾੜ ਮਾਚੀ ਜਿਮੀ ਸ਼੍ਰੋਣ ਰਾਚੀ। ਕਾੜ ਕਾੜ ਕਰਕੇ ਗੋਲੀਆਂ ਚੱਲਦੀਆਂ ਪਈਆਂ ਨੇ, ਆਵਾਜ਼ ਆਉਂਦੀ ਸ਼ਸਤਰਾਂ ਦੀ। ਸ਼ਸਤਰ ਜਦੋਂ ਟਕਰਾਉਂਦੇ ਨੇ ਤੇ ਚੰਗਿਆੜੀਆਂ ਨਿਕਲਦੀਆਂ ਨੇ ਜਿਵੇਂ ਉੱਥੇ ਬਿਜਲੀ ਕੜਕਦੀ ਪਈ ਹੋਵੇ। ਸਾਰ ਦੇ ਸਾਰ ਲੋਹੇ ਤੇ ਲੋਹਾ ਵੱਜਦਾ ਪਿਆ ਹੈ। ਅਤੇ ਜਿਹੜੀ ਜ਼ਮੀਨ ਹੈ ਜ਼ਮੀਨ ਜਿਹੜੀ ਹੈ ਉਹ ਲਹੂ ਦੇ ਨਾਲ ਐ ਭਿੱਜੀ ਹੋਈ ਹੈ। ਭਜੇ ਡੋਗਰਾਨੇ ਤਜਿਓ ਖੇਤ ਬਾਨੇ। ਤੇ ਹੁਣ ਡੋਗਰੇ ਨੇ ਜਿਹੜੇ ਉਹ ਭੱਜ ਗਏ ਨੇ ਜੰਗ ਦੇ ਮੈਦਾਨ ਦੇ ਵਿੱਚ, ਹੁਣ ਖਲੋਤਾ ਨਹੀਂ ਜਾਂਦਾ। ਜਬੈ ਸਿੰਘ ਧਾਏ ਪਹਾੜੀ ਬਲਾਏ। ਪਹਿਲਾਂ ਹੱਲਾ ਦੇਣਾ ਕੀਤਾ, ਪਹਿਲੇ ਨਾ ਕੀਤੀ। ਜਦੋਂ ਹੁਣ ਖਾਲਸੇ ਨੇ ਹੱਲਾ ਕੀਤਾ ਨਾ, ਹੁਣ ਕਿਤੇ ਰੁਕਿਆ ਨਹੀਂ ਜਾਂਦਾ। ਪਹਾੜੀਏ ਭੱਜ ਰਹੇ ਹਨ। ਤਜਿਓ ਨਾਹੀ ਗੈਲੰ ਡਰੇ ਨਾਥ ਸੈਲੰ। ਪਹਾੜੀ ਰਾਜੇ ਬੜੇ ਡਰ ਗਏ। ਹੁਣ ਕਹਿੰਦੇ ਆਪਣਾ ਜਿਹੜਾ ਰਸਤਾ ਫੜ ਲਿਆ ਭੱਜਣ ਦਾ, ਹੁਣ ਛੱਡਿਆ ਨਹੀਂ ਜਾਂਦਾ ਇਹਨਾਂ ਤੋਂ। ਨਾ ਆਗੇ ਆ ਗੁਸਾਈ ਅਗਾਰੇ ਸਿਧਾਈ। ਅਜੇ ਤੇ ਕਹਿੰਦੇ ਸੱਚੇ ਪਾਤਸ਼ਾਹ ਜੀ ਨੇ ਆਗਿਆ ਨਹੀਂ ਦਿੱਤੀ ਕਿ ਅੱਗੇ ਜਾਣਾ, ਨਹੀਂ ਤੇ ਪਿੱਛੇ ਭੱਜ ਭੱਜ ਕੇ ਖਾਲਸੇ ਨੇ ਮਾਰਦੇ। ਸਤਿਗੁਰਾਂ ਦਾ ਹੁਕਮ ਨਹੀਂ ਕਿ ਅੱਗੇ ਜਾਣਾ ਹੈ। ਕਈ ਵਾਰੀ ਅਸੀਂ ਹੁਕਮ ਦੀ ਉਲੰਘਣਾ ਕਰਦੇ ਹਾਂ ਆਪਣੀ ਜ਼ਿੰਦਗੀ ਦੇ ਵਿੱਚ। ਜ਼ਿੰਦਗੀ ਵਿੱਚ ਵੀ ਰੋਜ਼ਾਨਾ ਹੀ ਕਰੀ ਜਾ ਰਹੇ ਹਾਂ। ਸੋ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਉਹਨੂੰ ਮੰਨਣਾ ਚਾਹੀਦਾ। ਜੇ ਹੁਣ ਉਹ ਭੱਜ ਰਹੇ ਨੇ, ਖਾਲਸਾ ਪਿੱਛੇ ਭੱਜ ਸਕਦਾ ਸੀ, ਇਹਨਾਂ ਨੂੰ ਮਾਰ ਵੀ ਸਕਦਾ ਸੀ। ਪਰ ਸਿੰਘਾਂ ਨੂੰ ਪਤਾ ਵੀ ਹੁਕਮ ਹੋਇਆ ਕਿ ਜਿੱਥੇ ਖੜੋਤੇ ਉੱਥੇ ਹੀ ਲੜੋ, ਅੱਗੇ ਨਹੀਂ ਜਾਣਾ। ਇਹਦੇ ਵਿੱਚ ਰਮਝ ਹੁੰਦੀ ਹੋਈ ਹੋ ਸਕਦਾ ਹੈ ਕਿ ਅੱਗੇ ਜਾਣ ਤੇ ਉਹ ਖਾਲਸੇ ਦਾ ਕਾਫੀ ਨੁਕਸਾਨ ਕਰ ਦੇਣ ਤੇ ਜੰਗ ਨੂੰ ਜਿੱਤ ਵੀ ਜਾਣ। ਜੇ ਹੁਕਮ ਮੰਨੇ ਹੋਵੇ ਪ੍ਰਵਾਨ ਤਾਂ ਖਸਮੇ ਦਾ ਮਹਿਲ ਪਾਏ ਸੀ। ਭਾਵ ਕਿ ਗੁਰਸਿੱਖੀ ਦੇ ਅੰਦਰ ਖਾਲਸੇ ਪੰਥ ਦੇ ਅੰਦਰ ਜਿਹਨੇ ਹੁਕਮ ਨੂੰ ਮੰਨ ਲਿਆ, ਜਿਹਨੇ ਹੁਕਮ ਨੂੰ ਸਵੀਕਾਰ ਕਰ ਲਿਆ ਹੈ, ਉਹਦਾ ਮਹਿਲ ਬਣਿਆ। ਮਹਿਲ ਤੋਂ ਭਾਵ ਉਹਨੂੰ ਸਾਰਾ ਸੁੱਖ ਸੰਸਾਰ ਦਾ ਤੇ ਪਰਲੋਕ ਦਾ ਸੁੱਖ ਮਿਲਦਾ ਹੈ। ਜੇ ਹੁਕਮ ਨਹੀਂ ਮੰਨਦਾ, ਜਿੰਨਾ ਮਰਜ਼ੀ ਵੱਡਾ ਸਿੰਘ ਬਣੇ ਹੋ, ਜੇ ਹੁਕਮ ਨੂੰ ਟਾਲਦਾ ਹੈ ਤੇ ਉਹ ਕਹਿੰਦੇ ਸਤਿਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਨਹੀਂ ਲੈ ਸਕਦਾ। ਸੋ ਬਾਤੈ ਵਿਸਾਰੀ ਨਹੀਂ ਯਾਦਕਾਰੀ। ਅਤੇ ਇਹ ਗੁਰਮੁਖ ਪਿਆਰੇ ਜਿਹੜੀਆਂ ਗੱਲਾਂ ਨੇ ਅੱਗੇ ਵਧਣ ਦੀ ਆਗਿਆ ਨਹੀਂ ਸੀ। ਇੱਕ ਵਾਰੀ ਹੁਣ ਸਿੰਘਾਂ ਨੇ ਜਦੋਂ ਲੜਦੇ ਪਏ ਨੇ, ਪਹਿਲਾਂ ਤਾਂ ਕਹਿੰਦੇ ਨਹੀਂ ਅੱਗੇ ਗਏ। ਇਹ ਲੜਦਿਆਂ ਓੜਕ ਨੂੰ ਇਹ ਗੱਲ ਭੁੱਲ ਗਈ। ਹੁਣ ਗੁਰ ਹੈ ਵਿਚਾਰੇ ਮਹਾ ਏਕ ਹੰਕਾਰੇ। ਇੱਥੇ ਕਹਿੰਦੇ ਵਿਚਾਰਨ ਵਾਲੀ ਗੱਲ ਆ, ਜਦੋਂ ਫਿਰ ਜਿਹੜੇ ਕੁਝ ਕੁ ਸਨ ਉਹ ਭੱਜ ਪਏ, ਇਹਨਾਂ ਨੂੰ ਪਿੱਛੇ ਭੱਜ ਗਏ।
ਜਿਹੜੇ ਮੋਹਰੀ ਸਿੱਖ ਸਨ ਉਹਦੇ ਉੱਤੇ ਖਲੋਤੇ ਰਹੇ। ਕੁਝ ਕੁ ਸਿੰਘ ਸਨ ਜਿਹੜੇ ਕਹਿੰਦੇ ਵੀ ਇਹਨਾਂ ਨੂੰ ਪਿੱਛੇ ਜਾ ਕੇ ਮਾਰ ਕੇ ਆਉਣਾ, ਤੇ ਉਹਨਾਂ ਨੂੰ ਮਨ 'ਚ ਸੋਚਿਆ ਸੱਚੇ ਪਾਤਸ਼ਾਹ ਜੀ ਨੇ ਵੀ ਕਿਤੇ ਜਿਹੜੇ ਸਾਡੇ ਸਿੰਘ ਨੇ, ਸਾਡੇ ਸੂਰਮੇ ਨੇ, ਇਹ ਹੰਕਾਰ ਦੇ ਵਿੱਚ ਨਹੀਂ ਆ ਗਏ। ਬੜੀ ਜੀਤ ਪਾਏ ਚਲੇ ਜਾਤ ਧਾਏ। ਕਿਉਂਕਿ ਵੱਡੀ ਜਿੱਤ ਪਾਈ ਹੈ ਨਾ, ਇਸ ਕਰਕੇ ਭੱਜੇ ਜਾ ਰਹੇ ਹਨ। ਉਠੇ ਆਪ ਸਵਾਮੀ ਚੜੇ ਤੇਜ ਗਾਮੀ। ਸੱਚੇ ਪਾਤਸ਼ਾਹ ਜੀ ਆਪ ਆਪਣੇ ਆਸਣ ਤੋਂ ਉੱਠ ਪਏ ਹਨ। ਹਯੰ ਰੰਗ ਨੀਲਾ ਸ਼ਿੰਗਾਰੇ ਉਹ ਸ਼ਬੀਲਾ। ਨੀਲੇ ਘੋੜੇ ਨੂੰ ਹੁਣ ਸੱਚੇ ਪਾਤਸ਼ਾਹ ਜੀ ਨੇ ਸ਼ਿੰਗਾਰਿਆ, ਜਿਹੜਾ ਬੜਾ ਸ਼ਬੀਲਾ ਹੈ, ਬੜਾ ਚੰਚਲ ਹੈ, ਬੜਾ ਬਲਵਾਨ ਹੈ। ਪਰੇ ਪੰਥ ਪਾਛੇ ਬੜੀ ਚਾਲ ਗਾਛੇ। ਪੰਥ ਪਿੱਛੇ ਟੁਰ ਪਏ, ਭਾਵ ਅਨੰਦਪੁਰ ਸਾਹਿਬ ਨੂੰ ਮੁੜ ਪਏ। ਸੋਦੇ ਆਗੇ ਲੜਾਈ ਚਲੇ ਜਾਤ ਧਾਈ। ਲੜਾਈ ਨੂੰ ਛੱਡ ਦਿੱਤਾ, ਜਾ ਰਹੇ ਨੇ ਸੱਚੇ ਪਾਤਸ਼ਾਹ ਜੀ ਵਾਪਸ। ਦੋਹਰਾ ਸਿੰਘ ਬਿਲੋਕਤ ਭੇ ਕਿਤਕ ਗਏ ਗੁਰੂ ਰਣ ਸ਼ੋਰ। ਸਿੰਘਾਂ ਦੇ ਮਨ ਦੇ ਵਿੱਚ ਬੜੀ ਹੈਰਾਨਗੀ ਹੋਈ ਕਿ ਸੱਚੇ ਪਾਤਸ਼ਾਹ ਜੀ ਜੰਗ ਨੂੰ ਛੱਡ ਕੇ ਜਾ ਰਹੇ ਨੇ। ਅਸਲ ਦੇ ਵਿੱਚ ਜਿਹੜੇ ਸਿੰਘ ਹੁਕਮ ਨੂੰ ਉਲੰਘਣਾ ਕੀਤੀ ਨੇ, ਜਿਨ੍ਹਾਂ ਨੇ ਹੁਕਮ ਦੀ ਅੱਗੇ ਚਲੇ ਗਏ ਸਨ, ਸੱਚੇ ਪਾਤਸ਼ਾਹ ਦੇ ਮਨ ਦੇ ਵਿੱਚ ਇਹ ਵੀਰਸ ਆਇਆ ਕਿ ਕਿਉਂ ਗਏ ਨੇ। ਜਦੋਂ ਇਹਨਾਂ ਨੂੰ ਰੋਕਿਆ, ਸੱਚੇ ਪਾਤਸ਼ਾਹ ਨੇ ਘੋੜੇ ਨੂੰ ਲਾਈ ਅੱਡੀ, ਵਾਪਸ ਨੂੰ ਆਪਣਾ ਘੋੜਾ ਮੋੜਿਆ ਅਨੰਦਪੁਰ ਸਾਹਿਬ ਨੂੰ। ਸਿੰਘ ਦੇਖਦੇ ਪਏ ਨੇ ਕਿ ਪਾਤਸ਼ਾਹ ਜੀ ਵਾਪਸ ਮੁੜ ਗਿਆ ਹੈ। ਪਾਛੈ ਕਰਤ ਨ ਡੀਠ ਵੀ ਜਾਤ ਅਨੰਦਪੁਰ ਹੋਰ। ਤੇ ਸਤਿਗੁਰੂ ਜੀ ਪਿੱਛੇ ਤੱਕਿਆ ਵੀ ਨਹੀਂ, ਪਿੱਛੇ ਮੁੜ ਕੇ ਕਿ ਖਾਲਸਾ ਪਿੱਛੇ ਜੰਗ ਕਰਦਾ ਪਿਆ। ਐਸੀ ਰਮਜ ਹੈ ਪਾਤਸ਼ਾਹ ਜੀ ਦੀ, ਪਿੱਛੇ ਦੇਖਿਆ ਵੀ ਨਹੀਂ ਕਿ ਖਾਲਸੇ ਨੇ ਨੁਕਸਾਨ ਪਹੁੰਚਾਇਆ ਹੋਇਆ ਹੈ। ਚੌਪਈ ਗੁਰੂ ਚਿਰਤਰ ਕੋ ਪਿਖ ਬਿਸਮਾਏ। ਤੇ ਜਦੋਂ ਜਾ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ, ਸਤਿਗੁਰਾਂ ਦਾ ਇਹ ਜਿਹੜਾ ਅਚਰਜ ਕੌਤਕ ਦੇਖ ਕੇ ਬੜੇ ਹੈਰਾਨ ਹੋਏ ਨਹਿ ਮਾਰਨ ਕੋ ਸ਼ਤਰ ਉਠਾਏ। ਕਿ ਸਤਿਗੁਰੂ ਜੀ ਨੇ ਮਾਰਨ ਵਾਸਤੇ ਸ਼ਸਤਰ ਨਹੀਂ ਉਠਾਏ। ਕੇਤਕ ਲਰਤ ਪਾਸ਼ ਕੋ ਹਟ ਕੇ। ਹੁਣ ਖਾਲਸਾ ਵੀ ਲੜਦਾ ਲੜਦਾ ਪਿੱਛੇ ਹਟ ਗਿਆ। ਰਣ ਕੋ ਤਿਆਗਤ ਇਤ ਉਤ ਸਟ ਕੇ। ਇੱਧਰ ਉੱਧਰ ਹੁਣ ਕਰਕੇ ਨਾ ਖਾਲਸੇ ਨੇ ਰਣ ਨੂੰ ਤਿਆਗ ਦਿੱਤਾ, ਜੰਗ ਨੂੰ ਹੁਣ ਮੁਕਾ ਦਿੱਤਾ। ਤਬ ਪਹਾੜੀਅਨ ਇਨ ਗਤ ਜਾਨ। ਪਹਾੜੀਆਂ ਨੇ ਜਦੋਂ ਸਿੰਘਾਂ ਦੀ ਗਦੀ ਨੂੰ, ਸਿੰਘਾਂ ਦੀ ਮਨਸ਼ਾ ਨੂੰ ਜਾਣਿਆ ਵੀ ਖਾਲਸੇ ਨੇ ਜੰਗ ਦਾ ਮੈਦਾਨ ਛੱਡ ਦਿੱਤਾ, ਉਹ ਨਸੇ ਨਹੀਂ। ਰਣ ਜਿਹੜਾ ਆਪਾਂ ਕਹਿੰਦੇ ਰਣ ਚੋਰ ਹੋ ਜਾਂਦਾ ਹੈ ਬੰਦਾ, ਉਹ ਨਹੀਂ ਗੱਲ ਹੋਈ। ਸਿੰਘਾਂ ਦੇ ਮਨ ਦੇ ਵਿੱਚ ਇਹ ਆਇਆ ਕਿ ਸੱਚੇ ਪਾਤਸ਼ਾਹ ਜੀ ਨੇ ਕੀ ਕੌਤਕ ਰਚਾਇਆ, ਆਪ ਚਲੇ ਗਏ। ਇਸ ਕਰਕੇ ਉਹ ਵੀ ਕਹਿੰਦੇ ਕਿ ਅਸੀਂ ਹੁਣ ਚੱਲਦੇ ਹਾਂ ਫਿਰ। ਸੋ ਜਦੋਂ ਉਹਨਾਂ ਨੇ ਦੇਖਿਆ ਪਹਾੜੀਆਂ ਨੇ ਇਹਨਾਂ ਦੇ ਮਨ ਦੀ ਮਨਸ਼ਾ ਜਾਣ ਲਏ, ਹਟ ਘਾਲਿਓ ਏਲਾ ਘਮਸਾਨ। ਮੁੜ ਕੇ ਜਿਹੜੇ ਭੱਜੇ ਜਾ ਰਹੇ ਸਨ ਉਹਨਾਂ ਨੇ ਫੇਰ ਆ ਗਏ। ਉਹ ਕਹਿੰਦੇ ਹੱਲਾ ਕਰਦੇ ਹਾਂ ਫਿਰ, ਜੇ ਮੁੜਦੇ ਪਏ ਨੇ ਅਸੀਂ ਇਹਨਾਂ ਦੇ ਉੱਤੇ ਹੱਲਾ ਕਰਦੇ ਹਾਂ। ਬੜੀ ਖਾਲਸੇ ਮਹਿ ਬਹੁ ਭਾਜ। ਅਤੇ ਖਾਲਸੇ ਪੰਥ ਦੇ ਪਰੀ ਖਾਲਸੇ ਮਹਿ ਬਹੁ ਭਾਜ। ਜਦੋਂ ਉਹਨਾਂ ਨੇ ਅਚਾਨਕ ਉਹ ਮੁੜਾਏ ਵਾਪਸ, ਖਾਲਸੇ 'ਚ ਹਫੜੀ ਤਫੜੀ ਮਚ ਗਈ। ਪਿੱਛੇ ਭਜੇ ਤਿਆਗ ਸਭ ਲਾਜ। ਪਿੱਛੇ ਨੂੰ ਭੱਜੇ ਹਨ। ਧਨੀ ਬਰੀ ਸ਼ਸਤਰਨ ਕੀ ਮਾਰ। ਹੁਕਮ ਨਾ ਮੰਨਣ ਕਰਕੇ ਬੜੀ ਸ਼ਸਤਰਾਂ ਦੀ ਮਾਰ ਪਈ ਹੈ। ਕੇਤਕ ਉੱਚੇ ਕੀਨ ਪੁਕਾਰ। ਅਤੇ ਇੱਧਰ ਉੱਧਰ ਭੱਜਦੇ ਨੇ, ਇਹ ਕਹਿੰਦੇ ਉੱਚੀ ਉੱਚੀ ਪੁਕਾਰਦੇ ਹਨ। ਸ੍ਰੀ ਪ੍ਰਭ ਪੰਥ ਆਪ ਕੋ ਹੈ। ਜਦੋਂ ਫਿਰ ਫੌਜਾਂ ਕਹਿੰਦੇ ਆਖੇ ਨੇ ਨਾ ਲੱਗਦੀਆਂ, ਕਈ ਵਾਰੀ ਆਪਣੀ ਮਨ ਦੀ ਮਰਜ਼ੀ ਕਰਦੀਆਂ ਨੇ। ਇਹ ਜਿਹੜਾ ਖਾਲਸਾ ਪੰਥ ਆ, ਕਈ ਵਾਰੀ ਆਪ ਹਾਰਾ ਹੀ ਹੋ ਜਾਂਦਾ। ਥੋੜਾ ਲੀਡਰ ਕੋਈ ਹੁੰਦਾ ਹੈ, ਕੋਈ ਅੱਗੇ ਜਿਹੜਾ ਜਥੇਦਾਰ ਹੁੰਦਾ, ਉਹ ਕੋਈ ਕਹਿ ਰਿਹਾ ਹੁੰਦਾ ਆਪ ਮੁਹਾਰੇ ਹੋ ਕਹਿੰਦੇ ਜੋ ਕਰਨਾ ਅਸੀਂ ਕਰ ਦੇਣਾ। ਦਿੱਲੀ ਦੇ ਵਿੱਚ ਵੀ ਜਦੋਂ ਹੁਣ ਲਾਲ ਕਿਲ੍ਹੇ ਦੇ ਝੰਡਾ ਲਹਿਰਾ ਦਿੱਤਾ ਕਹਿੰਦੇ ਖਾਲਸੇ ਨਿਸ਼ਾਨ ਸਾਹਿਬ, ਉਹ ਕਿਸੇ ਦੀ ਗਾਈਡਲਾਈਨ ਥੋੜਾ ਸੀ, ਉਹ ਸਵਾਬ ਵੀ ਇਹੋ ਜਿਹਾ ਬਣ ਗਿਆ। ਉਹ ਸਾਰੇ ਭਾਗ ਕੇ ਜਾਣਾ ਕਿ ਪ੍ਰੋਗਰਾਮ ਤੇ ਕੁਝ ਹੋਰ ਸੀ, ਉਹ ਜਗ੍ਹਾ ਕੁਝ ਹੋਰ ਹੀ ਬਣ ਗਿਆ। ਇਸੇ ਤਰ੍ਹਾਂ ਹੀ ਇਹ ਜਿਹੜਾ ਖਾਲਸਾ ਹੈ, ਜਿਹੜੀਆਂ ਫੌਜਾਂ ਭਾਈ ਕਿਸੇ ਦੇ ਵਾਸ ਵਿੱਚ ਥੋੜ੍ਹੀਆਂ ਹੁੰਦੀਆਂ। ਸਤਿਗੁਰਾਂ ਨੇ ਕਿਹਾ ਕਿ ਤੁਸੀਂ ਅੱਗੇ ਨਹੀਂ ਜਾਣਾ, ਫਿਰ ਵੀ ਕਹਿੰਦੇ ਅੱਗੇ ਜਾ ਕੇ ਕਰਨ ਲੱਗ ਪਏ, ਪਿੱਛੇ ਭੱਜੇ।
ਜਦੋਂ ਫਿਰ ਹੁਣ ਪਹਾੜੀਆਂ ਨੇ ਹੱਲਾ ਬੋਲਿਆ, ਪਹਾੜੀਆਂ ਦੇ ਹੱਲੇ ਦੇ ਨਾਲ ਬਹੁਤ ਜ਼ਿਆਦਾ ਮਾਰ ਮੱਚ ਗਈ। ਅਸਲ ਦੇ ਵਿੱਚ 800 ਦਾ ਅੰਕੜਾ ਤੇ 10,000 ਦਾ ਅੰਕੜਾ ਕਦੇ ਵੀ 800 ਦਾ ਅੰਕੜਾ ਨਹੀਂ ਜਿੱਤ ਸਕਦਾ। ਇਹ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਦੀ ਨਿਗਰਾਨ ਹੈ, ਕਿਰਪਾ ਹੈ ਜਿਹੜੀ ਲੜਦੀ ਪਈ। ਕੋਈ ਬੰਦਾ ਥੋੜਾ ਜਾ ਕੇ 800 ਬੰਦਾ 10,000 ਬੰਦੇ ਨਾਲ ਟੱਕਰ ਲੈ ਸਕਦਾ। ਜਾਂ ਕਹਿ ਦਈਏ ਕਿ 10 ਲੱਖ ਰੁਪਈਆ ਹੋਵੇ ਤੇ 40 ਲੜ ਲੈਣਗੇ, ਨਹੀਂ ਲੜ ਸਕਦੇ। ਇਹ ਕਲਗੀਧਰ ਪਾਤਸ਼ਾਹ ਜੀ ਨੇ ਆਪ ਹੀ ਸਾਰੇ ਜੰਗ ਕੀਤੇ। ਸੋ ਗੁਰਮੁਖ ਪਿਆਰਿਓ, ਜਦੋਂ ਕਹਿੰਦੇ ਸੱਚੇ ਪਾਤਸ਼ਾਹ ਜੀ ਹੁਣ ਅਰਦਾਸਾਂ ਕਰਦੇ ਨੇ, ਸੱਚੇ ਪਾਤਸ਼ਾਹ ਜੀ ਪੰਥ ਆਪ ਜੀ ਦਾ ਹੀ ਹੈ, ਸਾਡੀ ਰੱਖਿਆ ਕਰੋ। ਹੁਣ ਤੁਸੀਂ ਕਿਉਂ ਚਲੇ ਗਏ? ਲਟਿਆ ਹੋਦ ਪਰਾਜੈ ਲਹੈ। ਅਤੇ ਸਾਡੇ ਉੱਤੇ ਸੈਕਟਰਾਂ ਦੀ ਮਾਰ ਪੈ ਰਹੀ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਪਹਾੜੀਏ ਹੁਣ ਸਾਨੂੰ ਹਰਾ ਦੇਣਗੇ। ਕਿਉਂ ਨਾ ਸੰਭਾਰਤ ਹਟ ਪਿਛਵਾਈ। ਕਿਉਂ ਨਹੀਂ ਸੰਭਾਲ ਕਰਦੇ ਖਾਲਸੇ ਪੰਥ ਦੀ, ਕਿਉਂ ਪਿੱਛੇ ਹਟ ਗਏ ਹੋ? ਕੌਣ ਖਤਾ ਇਨਕੇ ਘਰ ਪਾਈ। ਕਿਹੜੀ ਭੁੱਲ ਹੋ ਗਈ ਸੱਚੇ ਪਾਤਸ਼ਾਹ ਜੀ, ਕਿਰਪਾ ਦਾ ਹੱਥ ਪਿੱਛੇ ਕਰ ਲਿਆ। ਜੇਕਰ ਸਿੰਘ ਹੈ ਅਵਗਨਿਆਰੇ। ਜੇਕਰ ਸੱਚੇ ਪਾਤਸ਼ਾਹ ਜੀ ਸਿੰਘ ਅਵਗਨਿਆਰੇ ਨੇ, ਇਹਨਾਂ ਤੋਂ ਭੁੱਲਾਂ ਜੇ ਹੋ ਗਈਆਂ ਹਨ, ਤਉ ਆਪਕੇ ਜਗਤ ਉਚਾਰੇ। ਤਾਂ ਵੀ ਸੱਚੇ ਪਾਤਸ਼ਾਹ ਜੀ ਜਗਤ ਆਪ ਦੇ ਹੀ, ਜਦੋਂ ਕਹਿੰਦੇ ਉਹ ਸਿੰਘ ਜਿਹੜੇ ਨੇ ਜਗਤ ਸਾਰਾ ਇਹੀ ਕਹੇਗਾ ਕਿ ਸੱਚੇ ਪਾਤਸ਼ਾਹ ਜਿਹੜੇ ਸਿੰਘ ਨੇ, ਖਾਲਸਾ ਸੱਚੇ ਪਾਤਸ਼ਾਹ ਜੀ ਦਾ ਹੈ। ਇਤਿਆਦਿਕ ਬੋਲਤ ਸਮੁਦਾਏ। ਸਾਰੇ ਬੋਲਦੇ ਹਨ ਰਲ ਕਰਕੇ। ਮਿਲੇ ਆਨ ਕੋ ਹਯਨ ਤਵਾਏ। ਆਣ ਕੇ ਮਿਲੇ ਹਨ ਘੋੜੇ ਭਜਾ ਕਰਕੇ। ਕਰਤ ਪੁਕਾਰ ਸੁਆਏ ਕਨੇਰੀ। ਅਤੇ ਜਦੋਂ ਸੱਚੇ ਪਾਤਸ਼ਾਹ ਦੇ ਕੋਲ ਪਹੁੰਚੇ ਨੇ, ਬਹੁਤ ਜ਼ਿਆਦੀਆਂ ਪੁਕਾਰਾਂ ਕਰਦੇ ਹਨ। ਹਿਤ ਹੇਰਨ ਗੁਰ ਗਰੀਬ ਨ ਬੇਰੀ। ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਵੱਲ ਤੱਕਿਆ ਜੀ ਨੇ, ਇੱਕ ਪਾਸੇ ਨੂੰ ਦ੍ਰਿਸ਼ਟੀ ਰੱਖੀ। ਦੁਆਏ ਨਾ ਸਤਿਗੁਰੂ ਪਾਤਸ਼ਾਹ ਜੀ ਆਪਣੇ ਆਤਮ ਸਰੂਪ ਦੇ ਵਿੱਚ ਬੈਠੇ ਹੋਏ ਨੇ। ਜਦੋਂ ਪਹਿਲਾਂ ਆਉਂਦੇ ਬੜਾ ਖੁਸ਼ ਹੁੰਦੇ, ਅਸੀਸਾਂ ਦਿੰਦੇ ਤੇ ਬੜੀਆਂ ਖੁਸ਼ੀਆਂ ਦਿੰਦੇ, ਝੋਲੀਆਂ ਭਰ ਦਿੰਦੇ। ਅੱਜ ਜਦੋਂ ਆਏ ਨੇ ਕਿਵੇਂ ਪਿੱਛੇ ਤੇ ਸੱਚੇ ਪਾਤਸ਼ਾਹ ਦੂਸਰੇ ਪਾਸੇ ਨੂੰ ਮੋਹ ਕੀਤਾ। ਗਰੀਬ ਕਹਿੰਦੇ ਧੌਣ ਨਹੀਂ ਕਮਾਈ। ਸਤਿਗੁਰਾਂ ਨੇ ਦੇਖਿਆ ਵੀ ਨਹੀਂ। ਕਹੈ ਬਹੁਤ ਪ੍ਰਭ ਸਿਨ ਭਰ ਥਿਰੋ। ਸੱਚੇ ਪਾਤਸ਼ਾਹ ਜੀ ਨੂੰ ਬਹੁਤ ਕਹਿੰਦੇ ਨੇ, ਇੱਕ ਨਿਮਕ ਮਾਤਰ ਹੀ ਸਾਡੇ ਵੱਲ ਦੇਖ ਲਓ। ਲਰਦ ਪੰਥ ਅਵਲੋਕਨ ਕਰੋ। ਪੰਥ ਲੜ ਰਿਹਾ ਸੱਚੇ ਪਾਤਸ਼ਾਹ ਜੀ ਪਹਾੜੀਆਂ ਦੇ ਨਾਲ, ਕਿਰਪਾ ਕਰਕੇ ਇਹਨਾਂ ਦੀ ਰੱਖਿਆ ਕਰੋ, ਕਿਰਪਾ ਦ੍ਰਿਸ਼ਟੀ ਕਰੋ ਉਹਨਾਂ ਤੇ। ਕਹਿ ਜਬ ਰਹੇ ਖਰੇ ਨ ਹੋਏ। ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਕਹਿ ਰਹੇ ਹਾਂ ਅਸੀਂ, ਉਦੋਂ ਤੁਸੀਂ ਖਲੋਤੇ ਕਿਉਂ ਨਹੀਂ? ਨੌ ਰੰਗ ਸਿੰਘ ਮਿਲਿਓ ਪ੍ਰਭ ਜੋਏ। ਅਤੇ ਰੰਗ ਸਿੰਘ ਮਿਲਿਓ ਪ੍ਰਭ ਜੋਏ। ਸੱਚੇ ਪਾਤਸ਼ਾਹ ਜੀ ਜਦੋਂ ਕਹਿੰਦੇ ਨੇ ਕਿ ਤੁਹਾਨੂੰ ਆਖਿਆ ਸੀ ਕਿ ਇਹ ਹੁਕਮ ਆ ਕਿ ਅੱਗੇ ਨਹੀਂ ਜਾਣਾ, ਫਿਰ ਤੁਸੀਂ ਕਿਉਂ ਗਏ? ਇਹ ਹੁਕਮ ਜਿਹੜੀ ਹੁਕਮ ਦੀ ਤਾਬੀਰ ਨਹੀਂ ਕੀਤੀ। ਤੁਰਤ ਤੁਰੰਗ ਉਤਰਿਓ ਅਗਵਾਈ। ਅਤੇ ਜਾ ਕਰਕੇ ਤਰੰਗ ਤੋਂ ਜਦੋਂ ਕਹਿੰਦੇ ਘੋੜੇ ਤੋਂ ਉਤਰੇ ਹਨ, ਐਚ ਲਕੀਰ ਦਈ ਸਹਸਾਈ। ਪਛਾਣ ਕੀ ਕਹਿੰਦੇ ਨੇ, ਇੱਕ ਲਕੀਰ ਖਿੱਚ ਦਿੱਤੀ। ਭਾਖਿਓ ਨੀਲਿਆ ਥਿਰੋ ਇਥਾਏ। ਤੇ ਸੱਚੇ ਪਾਤਸ਼ਾਹ ਜੀ ਨੂੰ ਲਕੀਰ ਖਿੱਚੀ ਉਤਰ ਕੇ ਘੋੜੇ ਤੋਂ, ਤੇ ਉੱਥੇ ਫਿਰ ਕਹਿਣ ਲੱਗੇ ਕਿ ਨੀਲਿਆ ਕਿ ਇੱਥੇ ਤੂੰ ਠਹਿਰ ਜਾ ਪੜ। ਗੁਰ ਕੀ ਆਨ ਅਗਰ ਨਹਿ ਜਾਏ। ਤੇ ਤੂੰ ਅੱਗੇ ਨਹੀਂ ਜਾਣਾ। ਸੁਨ ਕਰ ਦਲ ਬਿਦਾਰ ਥਮ ਗਇਓ। ਅਤੇ ਜਿਹੜਾ ਦਲ ਸੀ ਨਾ, ਕਹਿੰਦੇ ਹੁਣ ਜਿਹੜਾ ਘੋੜੇ ਦਾ ਭਾਵ ਕੇ ਜਦੋਂ ਗਏ ਸੱਚੇ ਪਾਤਸ਼ਾਹ ਜੀ ਘੋੜੇ ਨੂੰ ਲੈ ਕੇ, ਘੋੜੇ ਦੇ ਗਿਰ ਕੀ ਖਿੱਚੀ ਵੀ ਨੀਲਿਆ ਇੱਥੇ ਤੂੰ ਠਹਿਰ ਜਾ ਹੁਣ, ਇਸ ਤੋਂ ਅੱਗੇ ਨਹੀਂ ਜਾਣਾ। ਦਿਖਾ ਰਹੇ ਨੇ ਖਾਲਸੇ ਨੂੰ ਵੀ ਵੇਖੋ ਜਿਹੜੇ ਜਾਨਵਰ ਨੇ, ਜਿਹੜੇ ਸਾਡੇ ਰੱਖੇ ਹੋਏ ਘੋੜੇ ਨੇ, ਇਹ ਵੀ ਹੁਕਮ ਦੇ ਵਿੱਚ ਬੱਝੇ ਹੋਏ। ਸਾਰੇ ਜਦੋਂ ਦਲ ਨੇ ਸੁਣਿਆ ਨਾ, ਉੱਥੇ ਹੀ ਥੰਮ ਗਿਆ। ਘੋੜੇ ਉੱਥੇ ਹੀ ਖਲੋ ਗਏ, ਨੀਲਾ ਵੀ ਉੱਥੇ ਹੀ ਖਲੋ ਗਿਆ। ਪਾਏ ਅਗਰ ਨਹਿ ਪਾਵਤ ਭਇਓ। ਇੱਕ ਵੀ ਜਿਹੜਾ ਪੌੜ ਹੈ ਘੋੜਿਆਂ ਨੇ ਅੱਗੇ ਨਹੀਂ ਪੁੱਟਿਆ। ਤਬ ਗੁਰ ਮਾਰਿਓ ਏਡਨ ਜੋਰਾ। ਫਿਰ ਵੀ ਸੱਚੇ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਕਿ ਤੁਸੀਂ ਅੱਗੇ ਨਹੀਂ ਜਾਣਾ।
ਸਤਿਗੁਰਾਂ ਨੇ ਜ਼ੋਰ ਦੀ ਜਦੋਂ ਅੱਡੀ ਲਾਈ ਨੀਲੇ ਨੂੰ, ਨੀਲਾ ਫਿਰ ਵੀ ਨਹੀਂ ਤੁਰਿਆ। ਜਦੋਂ ਛੇੜਿਆ ਘੋੜੇ ਨੂੰ ਵੀ ਅੱਗੇ ਤੁਰ, ਇਸ਼ਾਰਾ ਦਿੱਤਾ, ਫਿਰ ਵੀ ਕਹਿੰਦੇ ਅੱਗੇ ਨਹੀਂ ਤੁਰਿਆ। ਲੰਘਿਓ ਲਕੀਰ ਨਹੀਂ ਕਿ ਮੰਗੋਰਾ, ਜਿਹੜੀ ਲਕੀਰ ਸੀ ਉਸ ਲਕੀਰ ਤੋਂ ਅੱਗੇ ਕੋਈ ਘੋੜਾ ਨਹੀਂ ਗਿਆ। ਸ਼ਰੀ ਹਾਥ ਮੈਂ ਪਤਰੀ ਹੁਦੀ, ਜਿਹੜੀ ਪਤਲੀ ਜਿਹੀ ਪ੍ਰਾਣੀ ਹੁੰਦੀ ਸੱਚੇ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ, ਦਵੈ ਚਾਰਕ ਕਰ ਬਲ ਤੇ ਹਤੀ, 2-4 ਕਿਲੇ ਜ਼ੋਰ ਦੇ ਨਾਲ ਉਹ ਨੀਲੇ ਦੇ ਲਾਈਆਂ। ਖਾਏ ਮਾਰ ਨਹਿ ਚਰਨ ਉਠਾਵਾ, ਮਾਰ ਖਾ ਲਈ ਕਹਿੰਦੇ ਸੱਚੇ ਪਾਤਸ਼ਾਹ ਜੀ, ਪਰ ਉਹਨੇ ਆਪਣਾ ਪੈਰ ਨਹੀਂ ਹਿਲਾਇਆ। ਉੜਕਤ ਇਦ ਉਦ ਅਗਰ ਨ ਜਾਵਾ, ਉਹ ਖੁਦਕਦਾ ਰਿਹਾ ਪਰ ਕਹਿੰਦੇ ਅੱਗੇ ਨਹੀਂ ਗਿਆ। ਜਿਉ ਤਹਿਰੀ ਕੰਟਕ ਮੁਖ ਦੀਨੀ, ਇਸੇ ਤਰ੍ਹਾਂ ਗੁਰਮੁਖ ਪਿਆਰੇ ਜਿਵੇਂ ਮੰਨ ਲਓ ਕਿ ਬਹੁਤ ਕੰਡਿਆਲਾ ਕੜਿਆਲ ਜਿਹੜਾ ਉਹਦੇ ਮੂੰਹ ਦੇ ਵਿੱਚ ਪਾਇਆ, ਰੁਕਿਓ ਤਿਸੀ ਤੈਸੀ ਵਿਦ ਚੀਨੀ, ਜਿਹੜਾ ਕੜਿਆਲ ਹੁੰਦਾ ਕਹਿੰਦੇ ਉਹ ਘੋੜੇ ਦੇ ਮੂੰਹ 'ਚ ਪਾ ਕੇ ਜਿਵੇਂ ਉਹਨੂੰ ਕੰਟਰੋਲ ਦੇ ਵਿੱਚ ਜਿਹਦੇ ਨਾਲ ਕੀਤਾ ਜਾਂਦਾ, ਲਗਾਮਾਂ ਪਾਈਆਂ ਜਾਂਦੀਆਂ, ਇਸ ਕਰਕੇ ਉਹਨੂੰ ਜਿਵੇਂ ਬਹੁਤ ਜ਼ਿਆਦਾ ਕੰਟਰੋਲ ਦੇ ਵਿੱਚ ਕੀਤਾ ਹੋਇਆ। ਰੁਕਿਓ ਤੁਸੀਂ ਤੈਸੀ ਵਿਦ ਚੀਨੀ, ਉੱਥੇ ਹੀ ਖਲੋਤਾ ਰਿਹਾ ਜਿਉਂ ਦਾ ਜਿਉਂ, ਭਾਵੇਂ ਛਾਂਟੇ ਵੀ ਵੱਜੇ, ਅੱਡੀ ਵੀ ਲਾਈ, ਘੋੜੇ ਨੂੰ ਹੁਕਮ ਸੀ ਕਿ ਅੱਗੇ ਨਹੀਂ ਜਾਣਾ। ਇਹ ਖਾਲਸੇ ਨੂੰ ਸਤਿਗੁਰੂ ਜੀ ਕੌਤਕ ਕਰਕੇ ਦਿਖਾ ਰਹੇ ਨੇ ਕਿ ਇਹ ਹੁਕਮ ਹੋ ਜਾਂਦਾ ਗੁਰੂ ਦਾ, ਭਾਵੇਂ ਕੁਝ ਹੋ ਜਾਵੇ, ਤੁਹਾਡੇ ਸੀਸ ਕਿਉਂ ਨਾ ਧਰਨਾ ਵਾਂਗ ਹੋ ਜਾਣ, ਤੁਸੀਂ ਕਿਉਂ ਅੱਗੇ ਗਏ। ਜੇ ਇਹ ਹੁਕਮ ਹੋਵੇ ਕਿ ਪਿੱਛੇ ਨਹੀਂ ਮੁੜਨਾ, ਫਿਰ ਪਿੱਛੇ ਨਹੀਂ ਮੁੜਨਾ। ਸੋ ਸੱਚੇ ਪਾਤਸ਼ਾਹ ਜੀ ਕੌਤਕ ਦਿਖਾ ਰਹੇ ਹਨ। ਜਬ ਸਤਿਗੁਰ ਹੈ ਏਵ ਬਿਲੋਕਾ, ਜਦੋਂ ਸਤਿਗੁਰੂ ਪਾਤਸ਼ਾਹ ਜੀ ਦਾ ਜਿਹੜਾ ਘੋੜਾ ਹੈ ਨੀਲਾ ਇਸ ਤਰ੍ਹਾਂ ਦੇਖਿਆ, ਤੇ ਕਰ ਆਨ ਚੱਲਣ ਤੇ ਰੋਕਾ, ਅਤੇ ਇਹ ਹੁਕਮ ਦੇ ਕੇ ਚੱਲਣ ਤੋਂ ਰੋਕਿਆ ਹੋਇਆ ਜਿਹੜਾ, ਤਰੇ ਉਤਰ ਕਰ ਤਹਿ ਦਨ ਗਾਲੇ, ਹੇਠਾਂ ਉਤਰ ਗਏ ਸੱਚੇ ਪਾਤਸ਼ਾਹ ਜੀ। ਫਿਰ ਕਲਗੀ ਧਾਰ ਭਾਖਿਓ ਅਸਨਾਲੇ, ਤੇ ਘੋੜੇ ਨੂੰ ਨੀਲੇ ਨੂੰ ਫਿਰ ਕਹਿਣ ਲੱਗੇ, ਪ੍ਰਥਮ ਜਨਮ ਤੇਰੋ ਹਮ ਜਾਣਿਓ, ਕਿ ਅਸੀਂ ਭਾਈ ਤੇਰਾ ਪਹਿਲਾ ਜਿਹੜਾ ਜਨਮ ਹੈ ਉਹ ਜਾਣਦੇ ਹਾਂ, ਜਿਸ ਤੇ ਥਿਰਿਓ ਬਾਕ ਸਿੱਖ ਮਾਨਿਓ, ਜਿਸ ਕਰਕੇ ਤੂੰ ਖਲੋਤਾ ਰਿਹਾ ਹੈ, ਵਚਨ ਮੰਨਿਆ ਹੈ। ਉਤੋ ਮਸੰਦ ਲੇਤ ਬਹੁ ਧਨ ਕੋ, ਕਹਿੰਦੇ ਤੂੰ ਮਸੰਦ ਸੀ, ਧਨ ਬਹੁਤ ਲੈਂਦਾ ਸੀ ਸਿੱਖਾਂ ਦੇ ਕੋਲੋਂ, ਰਹਿਓ ਅਜਤ ਭੋਜਨ ਤਬ ਇਨਕੋ, ਸਿੱਖਾਂ ਦਾ ਭੋਜਨ ਬਹੁਤ ਛਕਦਾ ਰਿਹਾ, ਬਹੁਤ ਜ਼ਿਆਦਾ ਧਨ ਪਦਾਰਥ ਲੈਂਦਾ ਰਿਹਾ ਹੈ। ਸਿੱਖਨ ਤੇ ਲੈ ਕਰ ਗੁਰਕਾਰ, ਸਿੱਖਾਂ ਤੋਂ ਧਨ ਇਕੱਠਾ ਕਰ ਲੈਂਦਾ ਸੀ, ਖਾਵਤ ਰਹਿਓ ਅਨੇਕ ਪ੍ਰਕਾਰ, ਅਨੇਕ ਤਰੀਕੇ ਦੇ ਨਾਲ ਛਕਦਾ ਛਕਾਉਂਦਾ ਰਹਿਣਾ, ਲੈ ਲੈਣਾ ਸਿੱਖਾਂ ਤੋਂ ਧਨ, ਵਰਤ ਆਪਣੇ ਹਿਰਦੇ ਵਿੱਚ ਜਾਣਾ। ਸੁਣ ਸਤਿਗੁਰ ਤੇ ਜਥਾ ਅਲਾਇਓ, ਸੁਣ ਕਰਕੇ ਸੱਚੇ ਪਾਤਸ਼ਾਹ ਜੀ ਦੇ ਵੱਲੋਂ ਸਿਰ ਹਿਲਾਏ ਘੋੜਾ ਮੁਰਕਾਇਓ, ਘੋੜੇ ਨੇ ਨੀਲੇ ਨੇ ਕਹਿੰਦੇ ਸਿਰ ਹਿਲਾ ਦਿੱਤਾ। ਤਬ ਸ੍ਰੀ ਪ੍ਰਭ ਬੈਠੇ ਤਿਸ ਥਾਨਾ, ਉਸ ਸਮੇਂ ਸੱਚੇ ਪਾਤਸ਼ਾਹ ਜੀ ਸ੍ਰੀ ਪ੍ਰਭ ਬੈਠੇ ਤਿਸ ਥਾਨਾ, ਉਸ ਜਗ੍ਹਾ ਤੇ ਬੈਠ ਗਏ। ਸਭਨ ਸੁਨਾਵਤ ਊਜ ਬਸਥਾਨਾ, ਸਾਰਿਆਂ ਨੂੰ ਉੱਚੀ ਆਵਾਜ਼ ਦੇ ਵਿੱਚ ਕਹਿੰਦੇ ਹਨ, ਦੋਹਰਾ ਖਾਲਸ ਗੁਰ ਖਾਲਸਾ, ਥਿਰ ਹੋ ਖਾਲਸਾ ਜੁੱਧ। ਹੁਣ ਉਪਦੇਸ਼ ਦੇ ਕਰਕੇ ਵੀ ਇੱਕ ਜਿਹੜਾ ਜਾਨਵਰ ਆ ਉਹਨੂੰ ਵੀ ਜਦੋਂ ਹੁਕਮ ਹੁੰਦਾ ਉਹ ਅੱਗੇ ਨਹੀਂ ਤੁਰਦਾ। ਫਿਰ ਸੱਚੇ ਪਾਤਸ਼ਾਹ ਨੇ ਉਪਦੇਸ਼ ਕੀਤਾ, ਕਹਿੰਦੇ ਖਾਲਸਾ ਗੁਰ, ਗੁਰ ਖਾਲਸਾ, ਖਾਲਸਾ ਗੁਰੂ ਹੈ ਤੇ ਗੁਰੂ ਖਾਲਸਾ। ਭਾਵ ਜਿਵੇਂ ਰੂਪ ਸਾਗਰ ਦੇ ਵਿੱਚ ਓਤ ਹੋ ਜਾਂਦੀ ਹੈ, ਇਸੇ ਤਰ੍ਹਾਂ ਹੀ ਖਾਲਸਾ ਹੈ ਤੇ ਇਸੇ ਤਰ੍ਹਾਂ ਹੀ ਕਲਗੀਧਰ ਪਾਤਸ਼ਾਹ। ਖਾਲਸਾ ਮੇਰਾ ਆਪਣਾ ਰੂਪ ਹੈ, ਫਿਰ ਖਾਲਸਾ ਯੁੱਧ ਦੇ ਵਿੱਚ ਟੇਕੇ ਲੜੋ। ਹਦੋ ਰਿਪਨ ਗਲ ਕੋ ਦਲੋ, ਪਕੜੋ ਸ਼ਸਤਰਨ ਕ੍ਰੋਧ। ਅਤੇ ਇਹਨਾਂ ਨੂੰ ਜਿਹੜੇ ਵੈਰੀ ਚੜ ਗਿਆ ਦਲ, ਇਹਨਾਂ ਨੂੰ ਦਲ ਦਿਓ, ਮਲ ਦਿਓ ਪਕੜ ਕੇ ਹੱਥ ਦੇ ਵਿੱਚ ਸ਼ਸਤਰ। ਚੌਬਈ ਸੁਨ ਸਤਿਗੁਰ ਕੇ ਵਰ ਸਮ ਬੈਨ। ਹੁਣ ਜਦੋਂ ਸਾਰੀ ਦਿਸ਼ਾ ਹੋ ਗਈ ਖਾਲਸੇ ਦੀ, ਤੇ ਫਿਰ ਇਹ ਜਿਹੜੇ ਵਚਨ ਸਨ ਇਹ ਪ੍ਰਤੀਤ ਹੋ ਗਏ। ਜਦੋਂ ਕੋਈ ਗੁੱਸੇ ਦੇ ਵਿੱਚ ਹੁੰਦਾ ਹੈ, ਜਦੋਂ ਪਿਤਾ ਗੁੱਸੇ ਦੇ ਵਿੱਚ ਬੱਚਾ ਸੁਣਦਾ ਰਹਿੰਦਾ ਗੱਲਾਂ, ਝਿੜਕਾਂ ਖਾਂਦਾ ਰਹਿੰਦਾ,
ਤੇ ਐਨ ਪਤਾ ਲੱਗ ਜਾਂਦਾ ਕਿ ਹੁਣ ਆਹ ਜਿਹੜੀ ਗੱਲ ਆਖੀ ਨਾ ਅੰਤ ਦੇ ਵਿੱਚ ਆ ਕੇ ਪਿਤਾ ਨੇ ਇਹ ਗੁੱਸੇ ਨਾਲ ਨਹੀਂ ਹੋਣਾ, ਇਹ ਹੁਣ ਪਿਆਰ ਦੀਆਂ ਗੱਲਾਂ ਕਰਦਾ ਪਿਆ ਮੇਰਾ ਪਿਤਾ। ਇਸੇ ਤਰ੍ਹਾਂ ਹੀ ਖਾਲਸਾ ਜਦੋਂ ਸੁਣਦਾ ਪਿਆ, ਝਿੜਕਾਂ ਖਾਂਦਾ ਪਿਆ ਸੱਚੇ ਪਾਤਸ਼ਾਹ ਜੀ ਨੂੰ, ਪਾਤਸ਼ਾਹ ਜੀ ਅਖੀਰ ਦੇ ਜਦੋਂ ਬਚਨ ਕੀਤੇ ਨਾ ਵੀ ਖਾਲਸਾ ਗੁਰ ਗੁਰ ਖਾਲਸਾ, ਇਹ ਉਦੋਂ ਫਿਰ ਜਾਣ ਗਿਆ ਕਿ ਹੁਣ ਸੱਚੇ ਪਾਤਸ਼ਾਹ ਜੀ ਖੁਸ਼ੀ ਦੇ ਘਰ ਹੁਣ ਮੁਸਕਾਉਂਦੇ ਪਏ ਨੇ ਸੱਚੇ ਪਾਤਸ਼ਾਹ, ਹੁਣ ਪਿਤਾ ਜੀ ਖੁਸ਼ ਹੋ ਗਏ। ਤੇ ਇਹ ਸਾਡੇ ਵਾਸਤੇ ਹੁਣ ਵਾਰਦੀ ਨਿਆਈ, ਵਾਰਦੇ ਸਰਾਪ ਉਹ ਹੁੰਦਾ ਗੁਰੂ ਕੋ ਜਿਹੜਾ ਸਾਡੇ ਮਨ ਦੇ ਅਨੁਕੂਲ ਬਚਨ ਹੋਵੇ ਸੱਚੇ ਪਾਤਸ਼ਾਹ ਦਾ, ਉਹਨੂੰ ਕਹਿੰਦੇ ਨੇ ਵਾਰ। ਜਿਹੜਾ ਸਾਡੇ ਅਨੁਕੂਲ ਨਹੀਂ ਉਹਨੂੰ ਅਸੀਂ ਕਹਿੰਦੇ ਨੇ ਸਰਾਪ। ਅਸੀਂ ਚਾਹੁੰਦੇ ਨਹੀਂ ਪਰ ਉਹ ਬਚਨ ਮਿਲਦਾ। ਇਸੇ ਕਰਕੇ ਭਾਣੇ ਦੇ ਵਿੱਚ ਸਿੱਖ ਚੱਲਦਾ ਹੈ, ਉਹ ਵਾਰਦੇ ਸਰਾਪ ਤੋਂ ਉੱਪਰ ਉੱਠ ਜਾਂਦਾ ਹੈ ਕਿ ਗੁਰੂ ਨੇ ਜੋ ਕਰਨਾ ਕਰ ਹੀ ਦੇਣਾ, ਮੇਰੇ ਨਾਲ ਜੋ ਘਟਨਾ ਘਟ ਹੀ ਜਾਣਾ ਹੈ। ਇਸ ਤਰ੍ਹਾਂ ਇਹ ਵਡਿਆਈ ਫਿਰਦ ਦੇ ਕੇ ਖਾਲਸਾ ਗੁਰੂ ਹੈ, ਗੁਰੂ ਖਾਲਸਾ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਪ੍ਰੋ ਨਿਵਾਸ। ਸਦਾ ਹੀ ਮੈਂ ਖਾਲਸੇ ਦੇ ਵਿੱਚ ਨਿਵਾਸ ਕਰਦਾ, ਪਰ ਜੇਕਰ ਇਹ ਆਪਣੀ ਰਹਿਣੀ ਬਹਿਣੀ ਦੇ ਵਿੱਚ ਰਹੇ, ਰਹਿਤ ਬੈਠ ਦੇ ਵਿੱਚ ਰਹੇ, ਰੱਛਿਆ ਰਹਿਤ ਰੱਖੇ, ਬਾਣੀ ਪੜ੍ਹੇ, ਸਿਮਰਨ ਕਰੇ ਅਤੇ ਕਾਲਾਂ ਦਾ ਧਾਰਨੀ ਹੋਵੇ, ਖੰਡੇ ਬਾਟੇ ਦੀ ਪੌੜ ਲਈ ਹੋਵੇ, ਫਿਰ ਤੇ ਮੈਂ ਸਦਾ ਆਗ ਸੰਗਾ। ਤੇ ਜੇ ਰਹਿ ਵਿਪਰਨ ਕੀ ਰੀਤ ਮੈਂ ਨਾ ਕਰਨ, ਤੇ ਜੇ ਸੰਸਾਰੀਆਂ ਵਿੱਚ ਹੀ ਰਹੇਗਾ ਫਿਰ ਮੈਂ ਨਹੀਂ ਇਹਨਾਂ ਦੇ ਪ੍ਰਤੀਤ ਕਰਨ, ਮੈਂ ਇਹਨਾਂ ਦਾ ਕੋਈ ਅੰਗ ਸੰਗ ਹੋ ਕੇ ਸਾਥ ਨਹੀਂ ਦੇਣਾ। ਇਹ ਸੱਚੇ ਪਾਤਸ਼ਾਹ ਦੇ ਵਚਨ ਨੇ। ਆਓ ਗੁਰਮੁਖ ਪਿਆਰੇ ਕੁਝ ਸਮੇਂ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋੜੀਏ। ਸਾਰੀ ਸੰਗਤ ਮਨ ਵਰਤੀਆਂ ਨੂੰ ਕਾਗਰ ਕਰਕੇ ਉਚਾਰਨ ਕਰੋ ਜੀ। ਵਾਹਿਗੁਰੂ ਸਰਨਾਹੀ ਦਾਤਾ। ਆਪਣਾ ਨਾਮ ਲਿਖੋ, ਆਪਣਾ ਨਾਮ ਲਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਲਿਓ, ਆਪਣਾ ਨਾਮ ਲਿਓ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ
ਕਰਨ ਸਾਨੂੰ ਨਾਮ ਦੀ ਗੁਰਸਿੱਖੀ ਵਿਰਾਤ ਬਖਸ਼ਿਸ਼ ਕਰਕੇ ਨਿਹਾਲ ਕਰਨ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ। ਜੋ ਆਇਆ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਜੀ ਦੇਵੋ ਸੱਜਣ ਸੀਸੜੀਆਂ ਯਹੋਵਾ ਸਾਹਿਬ ਸਿਓ ਮੇਰ ਦੇਖਾ ਬਦਨ ਸੁਖੀ ਅਕਿੰਨ ਭੁੱਲਣ ਹਾਲ ਬਖਸ਼ਣ ਹਾਲ ਬਖਸ਼ ਲੈ ਨਾਨਕ ਵਾਰ